सतनाम श्री वाहिगुरु साहिब जीओ। के सर्वं कलीमै के परमं फहीमै के आकल अलामै के साहिब कलामै के हुस्नल वजू है तमामुल रुजू है। हवेसल सलामै सलीखत मुदामै गनीमुल शिकस्त गरीबुल परस्त बुलंदुल मकान जमीनुल जमाने गनीमुल शिकस्त गरीबुल परस्त बुलंदुल मकान जमीनुल जमाने। वाहिगुरु जी का खालसा वाहिगुरु जी की फतेह। परम सत्कार ते सन्मानियो चबर छतर तखत दे मालक जुगो जुगो अटल सर्व सांझी वालता दे पैगंबर दीन अते दुनिया दे राखे मनुखता दे सांझे रह गुरगुरता गद्दी ते सुभाएमान हलत पलत के रखियक धन 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 साहिब श्री गुरु ग्रंथ साहिब जी महाराज। सतगुरां दी अपार कृपा बख्शिश रहमत दा सदका आप सरबत माई भाई गुरसिख संगत गुरुद्वारा सिंह शहीदां विखे अमृत वेले दे दीवानां गुरु दरबार दियां हाजरियां भर के अपना मनुखा जीवन सफल कर रहे हो, वडभागे हो। बहुत ही अदब सत्कार दे नाल आप जियां ने रब्बी गुरबाणी दा कीर्तन सरवण कीता है। उपरंत श्री जप साहिब दी पावन बाणी दी जो लड़ीवार विचार चल रही है, इस पावन पवित्र गुरबाणी दी विचार हर रोज की तरह सतगुरां ने करन दा सुभाग समा बख्शिश कीता है। आओ इस मिले हुए समय नूं गुरमत विचारां दी सांझ पा के रब्बी सिद्धांतां दी सांझ पा के परमात्मा दीयां सिफतां नूं सांझियां करके अपने मनुखा जीवन नूं सफल करन दा यतन करिए। सतगुरां दी रब्बी बख्शिश दे पात्र बनन दा यतन करिए। सतगुरु कृपा करन जिन्ना समा गुरु गोदी अंदर बैठना साडा तन और मन इत्थे हाजिर रहे। गुरमत दा बचन साडे मन मंदिर तक जावे और जिहड़े बचन असीं गुरमत दे सुनने ने उन्हां नूं अपने मन विच जगह देण दा यतन करना और अपने जीवन च कमाउण दा यतन करना। सतगुरां ने जो जाप साहिब की पावन बाणी के अंदर धन धन साहिब श्री गुरु गोबिंद सिंह साहब महाराज जी ने परमात्मा की सिफत दे विच बचन उचारे ने, एक बड़ी परमात्मा के नाल नेड़ता की बात है। उस वाहिगुरु परमेश्वर नूं बड़ा नेड़ियों देख के ਉਹਦੇ गुण ਉਹਦੀਆਂ सिफतां साडे सामने संसार के सामने महाराज ने रखी, जिन्हां नूं असीं हर रोज समझदे हां विचारदे हां, रब्बी बख्शिश के पात्र बनने का यतन करदे। पूर्ण बख्शिश उस दिन होएगी जदों ये बचन साडे जीवन च
ਕਮਾਏ ਜਾਣਗੇ, ਲਾਗੂ ਹੋ ਜਾਣਗੇ ਇਹਨਾਂ ਬਚਨਾਂ ਮੁਤਾਬਕ, ਜਾਂ ਪ੍ਰਮਾਤਮਾ ਵਰਗੇ ਗੁਣ ਸਾਡੇ ਜੀਵਨ ਦੇ ਵਿੱਚ ਪ੍ਰਗਟ ਹੋ ਜਾਣਗੇ। ਉਸ ਦਿਨ ਅਸੀਂ ਕਹਿ ਸਕਾਂਗੇ ਅੱਜ ਪ੍ਰਮਾਤਮਾ ਨੇ ਸਾਨੂੰ ਆਪਣੇ ਬਣਾ ਲਿਆ ਹੈ, ਪ੍ਰਮਾਤਮਾ ਵਿੱਚ ਅਸੀਂ ਲੀਨ ਹੋ ਗਏ, ਉਹਦੇ 'ਚ ਅਭੇਦ ਹੋ ਗਏ ਹਾਂ। ਜਦੋਂ ਉਸ ਵਾਹਿਗੁਰੂ ਦੇ ਗੁਣ ਸਾਡੇ ਜੀਵਨ 'ਚ ਆ ਗਏ, ਗੁਣ ਤੇ ਔਗਣਾਂ ਦੀ ਗੱਲ ਹੈ ਸਾਰੀ, ਚੰਗੇ ਮਾੜੇ ਕਰਮਾਂ ਦੀ ਗੱਲ ਹੈ ਸਾਰੀ। ਮਾੜੇ ਕਰਮ ਛੱਡਣੇ ਆ, ਚੰਗੇ ਕਰਮ ਕਰਨੇ ਆ, ਔਗਣਾਂ ਦਾ ਤਿਆਗ ਕਰਨਾ, ਗੁਣਾਂ ਨੂੰ ਗ੍ਰਹਿਣ ਕਰਨਾ, ਬਸ ਆਹੀ ਜੀਵਨ ਦੇ ਵਿੱਚ ਇੱਕ ਸਾਡੇ ਵੱਡਾ ਸੰਘਰਸ਼ ਹੈ। ਅਸੀਂ ਔਗਣਾਂ ਨੂੰ ਹਰਾ ਕੇ ਗੁਣਾਂ ਨਾਲ ਆਪਣੇ ਮਨ ਨੂੰ ਜੋੜਨਾ, ਮਨ 'ਚ ਗੁਣ ਵਸਾਉਣੇ ਨੇ, ਗੁਣਾਂ ਨਾਲ ਮਨ ਨੂੰ ਸ਼ਿੰਗਾਰਨਾ ਹੈ। ਇੱਕ ਉਹ ਸੁੰਦਰ ਘਰ ਬਣਾਉਣਾ ਹੈ ਮਨ ਦੇ ਵਿੱਚ, ਫਿਰ ਉਸ ਮਨ ਦੀ ਸਜਾਵਟ, ਉਹਨੂੰ ਸ਼ਿੰਗਾਰਨ ਵਾਸਤੇ ਗੁਰੂ ਸਾਹਿਬ ਅੱਗੇ ਬੇਨਤੀ ਕਰਨੀ ਹੈ। ਕੱਲ ਵੀ ਬੇਨਤੀ ਕਰੀ ਸੀ, ਜਦੋਂ ਮਨ ਅੰਦਰ ਘਰ ਬਣ ਗਿਆ, ਮਨ ਘਰ ਬਣ ਗਿਆ, ਮਨ ਨੂੰ, ਇਸ ਘਰ ਨੂੰ ਗੁਰੂ ਨੇ ਸ਼ਿੰਗਾਰ ਦਿੱਤਾ, ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਫਿਰ ਪ੍ਰਮਾਤਮਾ ਗੁਰੂ ਸਾਹਿਬ ਦੀ ਕਿਰਪਾ ਨਾਲ ਤੇਰੇ ਮਨ ਘਰ ਵਿੱਚ ਆ ਜਾਏਗਾ। ਆਹ ਸਾਡੇ ਜੀਵਨ ਦੀ ਪ੍ਰਾਪਤੀ ਹੈ। ਇਹ ਸਾਡੇ ਸਾਹਮਣੇ ਇੱਕ ਵਿਜ਼ਨ ਹੈ, ਇਹ ਸਾਡੇ ਸਾਹਮਣੇ ਇੱਕ ਏਮ ਹੈ, ਇਹ ਸਾਡਾ ਮਨੋਰਥ ਹੈ। ਆਤਮਾ ਨੇ ਪਰਮਾਤਮਾ ਹੋਣਾ, ਉਸ ਪਰਮਾਤਮਾ ਵਿੱਚ ਲੀਨ ਹੋਣਾ। ਅੱਜ ਕਲਗੀਧਰ ਪਾਤਸ਼ਾਹ ਨੇ ਜਿਹੜੇ ਬਚਨ ਕੀਤੇ ਨੇ ਕਿ ਸਰਬੰ ਕਲੀਮੈ, ਕਿ ਪਰਮੰ ਫਹੀਮੈ, ਕਿ ਆਕਲ ਅਲਾਮੈ, ਕਿ ਸਾਹਿਬ ਕਲਾਮੈ, ਇਹਨਾਂ ਵਿੱਚ ਇੱਕ ਬਚਨ ਆਇਆ, ਅਲੱਗ-ਅਲੱਗ ਵਿਦਵਾਨਾਂ ਨੇ ਅਲੱਗ-ਅਲੱਗ ਅਰਥ ਕੀਤੇ। ਬਾਣੀ ਦੀ ਇਹ ਖੂਬੀ ਵੀ ਹੈ ਕਿ ਇਹਦਾ ਗਿਆਨ ਬੜਾ ਵਿਸ਼ਾਲ ਹੈ। ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਏ। ਜਿੰਨੀ ਕੁ ਮਹਾਰਾਜ ਕਿਸੇ ਨੂੰ ਸਮਝ ਦਿੰਦੇ ਆ, ਉਨੇ ਕੁ ਅਰਥ ਸਾਹਮਣੇ ਆ ਜਾਂਦੇ ਆ, ਲੇਕਿਨ ਇਹਦਾ ਪਾਰਾਵਾਰ ਕੋਈ ਨਹੀਂ ਹੈ। ਜਿਨ੍ਹਾਂ ਦਾ ਦੋ ਮਾਈਂਡ ਨੇ ਸਾਡੇ ਅੰਦਰ, ਇੱਕ ਖੱਬੇ ਪਾਸੇ ਹੈ, ਇੱਕ ਸੱਜੇ ਪਾਸੇ, ਇੱਕ ਲੈਫਟ ਹੈ, ਇੱਕ ਰਾਈਟ ਹੈ। ਜਿਨ੍ਹਾਂ ਦਾ ਲੈਫਟ ਖੱਬੇ ਪਾਸੇ ਵਾਲਾ ਜ਼ਿਆਦਾ ਐਕਟੀਵੇਟ ਹੈ, ਉਹ ਬਹੁਤ ਸ਼ਬਦਾਂ ਦੇ ਅਰਥ ਕਰਦੇ ਕਰਦੇ ਬੜੀ ਤਰਕ ਦੇ ਵਿੱਚ ਲੈ ਜਾਂਦੇ ਆ, ਬੜੇ ਸ਼ੰਕੇ ਤੇ ਬੜੇ ਭਰਮ ਪੈਦਾ ਕਰ ਦਿੰਦੇ ਆ ਸਾਡੇ ਅੰਦਰ। ਸੁਣਨ ਵਾਲੇ ਵੀ ਦੁਬਿਧਾ 'ਚ ਪੈ ਜਾਂਦੇ ਆ ਵੀ ਕੀ ਕਰੀਏ, ਸਿੱਧੋ ਕਰ ਦਿੰਦੇ ਆ ਵੀ ਆਹ ਦੇਖੋ ਗੁਰੂ ਸਾਹਿਬ ਕਹਿ ਰਹੇ। ਜਿਨ੍ਹਾਂ ਦਾ ਸੱਜੇ ਪਾਸੇ ਵਾਲਾ, ਰਾਈਟ ਵਾਲਾ ਮਾਈਂਡ ਐਕਟੀਵੇਟ ਹੈ, ਜਿਨ੍ਹਾਂ ਨੇ ਮੈਡੀਟੇਸ਼ਨ ਕਰਕੇ ਉਹਨੂੰ ਐਕਟੀਵੇਟ ਕਰ ਲਿਆ, ਜਿਨ੍ਹਾਂ ਦੇ ਅੰਦਰੋਂ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਹੋ ਗਿਆ, ਉਹ ਅਰਥਾਂ ਦੇ ਅਨਰਥ ਨਹੀਂ ਕਰਦੇ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਇੱਕ ਤਾਂ ਜਿਹੜੇ ਕੋਸ਼ਕਾਰਾਂ ਨੇ ਅਰਥ ਕੀਤੇ ਉਹ ਦੱਸਦੇ ਆ, ਦੂਸਰਾ ਫਿਰ ਜਿਹੜਾ ਅਨੁਭਵ ਦੇ ਵਿੱਚੋਂ ਅਰਥ ਆਉਂਦਾ ਹੈ। ਗਿਆਨ ਧਿਆਨ ਵਿੱਚ ਆਈ। ਬਾਣੀ ਕੀ ਹੈ? ਗਿਆਨ ਧਿਆਨ ਵਿੱਚ। ਜਦੋਂ ਇਨਸਾਨ ਉਸ ਪਰਮਾਤਮਾ ਦੇ ਦੈਵੀ ਗਿਆਨ ਨੂੰ ਟੱਚ ਕਰਦਾ ਹੈ, ਜਦੋਂ ਉੱਥੋਂ ਗਿਆਨ ਆਉਂਦਾ ਹੈ, ਬ੍ਰਹਮ ਗਿਆਨ ਤੱਕ ਇਨਸਾਨ ਦੀ ਪਹੁੰਚ ਹੁੰਦੀ ਹੈ, ਜਦੋਂ ਉੱਥੋਂ ਗਿਆਨ ਆਉਂਦਾ ਹੈ, ਉਹਦੇ ਵਿੱਚੋਂ ਜਿਹੜੇ ਅਰਥ ਆਉਂਦੇ ਆ, ਉਹ ਛੇਤੀ ਕੀਤਿਆਂ ਤੁਹਾਨੂੰ ਕਿਸੇ ਕਿਤਾਬਾਂ ਵਿੱਚ ਵੀ ਨਹੀਂ ਮਿਲਣਗੇ। ਉਹ ਅਰਥ, ਉਹ ਗਿਆਨ ਪਰਮਾਤਮਾ ਦੇ ਦੇਸ਼ ਤੋਂ, ਜਿੱਥੋਂ ਇਹ ਬਾਣੀ ਆਈ, ਗਿਆਨ ਵੀ ਉੱਥੋਂ, ਅਰਥ ਬੋਧ ਵੀ ਉੱਥੋਂ ਆਉਂਦੇ ਆ। ਤੇ ਜਦੋਂ ਉਹ ਅਰਥ ਆਉਂਦੇ ਆ, ਜਦੋਂ ਉਹਨਾਂ ਨੂੰ ਸੁਣਦੇ ਆ, ਪੜ੍ਹਦੇ ਆ, ਸਮਝਦੇ ਆ, ਸਾਡੇ ਮਨ ਵਿੱਚ ਵਸਦੇ ਆ, ਉਸ ਗਿਆਨ ਨੂੰ ਸੁਣ ਕੇ ਇਨਸਾਨ ਦਾ ਮਨ ਜਿਹੜਾ ਹੈ, ਜਿਗਿਆਸੂ ਦਾ ਮਨ ਜਿਹੜਾ ਹੈ, ਉਹ ਬਦਲਦਾ ਹੈ। ਉਹਦੇ ਮਨ ਵਿੱਚ ਵੀ ਇੱਕ ਤਾਂਘ ਬਣਦੀ ਹੈ ਕਿ ਇਹੋ ਜਿਹੇ ਪ੍ਰਮਾਤਮਾ ਨੂੰ ਤਾਂ ਮੈਨੂੰ ਵੀ ਮਿਲਣਾ ਚਾਹੀਦਾ।
फिर वो यतनशील होंदा है, फिर वो गुरु अगे अरदास करदा, फिर वो जुगती पुछदा है, फिर वो पुछदा साधन दसो मैं किवें मिलां, फिर वो रब्बी राह ते, फिर वो परमार्थ दे राह ते तुरदा है। तो इसलिए जदों भी बाणी दे अर्थ करदे आ तां छेती कीतिਆਂ वाद विवाद का मसला नहीं हुंदा, ये बहस वसईए का मसला नहीं हुंदा। हाँ, ज्ञान च वाधा करने लई विचार असीं कर सकते हैं। जे किसी नूं कहीए भी असीं इहनूं छोटा करने वास्ते अपने विचार रखीए, वो साडा भुलेखा होएगा, क्योंकि ये बाणी अकथ कथा है, ये अगाध बोध है, इहदा अंत कोई नहीं है। कदे भाई साहब भाई वीर सिंह उन्हां दे तुसीं जिहड़े उन्हां ने टीके कीते पढ़ के वेखिओ, एक एक पंक्ति दे अर्थ करदिआं कई कई पेज लिख दिंदे। जिहो जी दृष्टि नज़रिया परमात्मा ने उन्होंने दिता, उहो जिहे अर्थ कर रहे हो। संत ਗਿਆਨੀ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਤੋਂ अर्थ सुने हो तुसीं, वो अर्थ करते करते बहुत गहराई में चले जाते हो। जिन्ना डीप जिन्ना डूंघाई च किसी का मैडिटेशन होएगा, ये बाणी के अर्थ भी उन्नी डूंघाई विचों आउणगे। जदों लिंक परमात्मा नाल जुड़ जाता है, जदों फिर उस लिंक दे विचों कथा आउंदी है, फिर उहदे अर्थ बड़े गहराई वाले हुंदे, वो साडे मन तक चोट करदे आ, मन तक असर करदे आ, नहीं कई बार कंन रस बन के रह जांदा। सो इसलिए ये महाराज ने अज क्या, परमात्मा कलाम भी करता है तो समझ वाला बहुत है। समझ का मतलब फहीम है, फहीम है शब्द आया, समझ वाला ज्ञान वाला है, समझदार बहुत है। परमात्मा नूं ज्ञान इन्ना, जे उस परमात्मा की अपनी कोई सीमा नहीं, उहदे ज्ञान की भी कोई सीमा नहीं, उहदे ज्ञान की भी कोई सीमा नहीं। कोई घड़े की मच्छी है, कोई खूह दे विच है, कोई सरोवर दे विच है, ते कोई समुद्रां दे विच है मच्छी है पानी, पर दायरा अलग अलग है। घड़े वाली मच्छी नूं लगदा भी बस आही हद बनना है, इस तो अगे है ही कुछ नहीं। जिहड़ी खूह विच उहनूं लगदा इस तो अगे कुछ नहीं, जिहड़ी तलाब सरोवर च उहनूं लगदा इस तो अगे कुछ नहीं, पर जिहड़ी समुंदर विच आ वो कुछ नहीं बोलदी, वो कहंदी तैनूं पता ही कुछ नहीं। कदे समुंदर च तारी ला के वेख, इत्थे आनंद माणिया जाएगा, तैनूं दा हद इहदी कोई सीमा नहीं लभणी। परमात्मा दे घर दा ज्ञान समुंदर है, ब्रह्म ज्ञान, ब्रह्म पूरा ब्रह्मंड संसार, सारे संसार विच सर्व व्यापक परमात्मा वो ब्रह्म है। जदों उस ब्रह्म का ज्ञान हुंदा, फिर तुहानूं करोड़ां ब्रह्मंडां का ज्ञान हुंदा है। फिर उस ज्ञान नूं हुण किवें किसी तुसीं किताब च समो दोगे, किवें एक डेढ़ दो घंटे की कथा विच बयान कर दोगे, जदों पूरे करोड़ां ब्रह्मंडां का, कोट ब्रह्मंड की गल करदे आपां, इन्ना वड्डा ज्ञान वो फिर किसी सीमा विच नहीं आउंदा। बस मुकदी गल यह है कि इन्ने वड्डे ज्ञान नूं हासिल करन लई, जानन लई, पूरा हासिल नहीं होना, उन्होंने जानन, उन्होंने समझ पता ही लग जाए कि इन्ना वड्डा इहदा खजाना ज्ञान का, इन्ना वड्डा परमात्मा है, इहनूं जानन वास्ते सानूं मैडिटेशन करनी पए। सेवा ते सिमरन, ये दो रस्ते आ जिहड़े तुहानूं उस ब्रह्म ज्ञान तक लेके जाते। ਇਹਦਾ ਨਾਲ ਅਸੀਂ हर रोज चिंतन भी करना। देखो कथा सुनने का तां ही फायदा है, करन का भी तां फायदा जे असी प्रथम है मन प्रबुद्ध हो अपना, अपने मन नूं सामने खड़ा के, माइक ते बोलना बहुत सौखा, दूजिਆਂ नूं सुनाना बहुत सौखा, लेकिन अपने मन नूं सामने खड़ा के संबोधन करना ये बहुत औखा है। आत्म उपदेश है, जिन्हों महाराज ने कहा आत्मा नूं उपदेश, अपने आप को सवाल करना, अपने आप को सामने कटहरे में खड़ा के बार बार पूछना कि गुरु साहब का आ कह रहा, मना तू की कर रहा, गुरु साहब ने दा हुक्म किया तू की कर रहा। इसलिए दास तो हर रोज अरदास भी करता, पातशाह जो स्टेज तो बुला रहे हो वो कमाउण दी समत और बल उद्यम भी बख्शिश करे, किते ना होवे पैकिंग कर करके दिंदे ही रह जाइए तो अपने को रवे कुछ ना। ज्ञान एक किणका ही बहुत है, किणका एक जिस जीव साव है, एक किणके वाले भी तर गए, एक अखर जिस मन वस्त, जिसे एक अखर वस गया वो भी तर गए, एक अखर हर मन वस्त नानक होत निहाल। किणके वाले भी, एक अखर वाले भी, एक शब्द मेरे प्राण वस, एक शब्द वाले भी तर गए। पर मसला यह है कि वो शब्द मन तक कौन लेके जाता है।
ਉਸ ਸ਼ਬਦ ਨੂੰ ਮਧਾਣੀ ਵਿੱਚ ਪਾਏ ਹੋਏ ਦੁੱਧ ਦੀ ਤਰ੍ਹਾਂ ਰਿੜਕਦਾ ਕੌਣ ਹੈ? ਹਰ ਕਾ ਬਿਲੋਵ ਨਾ ਬਿਲੋਵ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਜਿਵੇਂ ਮਧਾਣੀ 'ਚ ਰਿੜਕਣਾ ਨੇਤਰਾ ਪਾ ਕੇ ਬੀਬੀਆਂ ਰਿੜਕਦੀਆਂ, ਉਵੇਂ ਇਸ ਸ਼ਬਦ ਨੂੰ ਮਨ ਰਿੜਕਣੇ 'ਚ ਪਾ ਕੇ ਰੋਜ਼ ਅਭਿਆਸ ਨਾਲ ਰਿੜਕਦਾ ਕੌਣ ਹੈ? ਸਵਾਲ ਆਏ। ਬਿਨਾਂ ਰਿੜਕੇ ਤੋਂ ਮੱਖਣ ਨਹੀਂ, ਬਿਨਾਂ ਰਿੜਕੇ ਤੋਂ ਉਹ ਆਤਮ ਤੱਤ ਜਿਹੜਾ ਪਰਮ ਤੱਤ ਹੈ, ਪਰਮ ਗਿਆਨ ਹੈ, ਉਹ ਵੀ ਹਾਸਲ ਨਹੀਂ ਹੁੰਦਾ। ਮੈਂ ਗੱਲ ਨੇੜੇ ਕਰਨੀ ਚਾਹੁੰਦਾ। ਅੱਜ ਮਹਾਰਾਜ ਨੇ ਕਿਹਾ ਪਰਮਾਤਮਾ ਬੜਾ ਗਿਆਨਵਾਨ ਹੈ, ਤੇ ਇਨਸਾਨ ਜਿਹੜਾ ਹੈ ਦੋ ਤਰ੍ਹਾਂ ਦਾ ਗਿਆਨ ਇਹਦੇ ਸਾਹਮਣੇ। ਇੱਕ ਜਿਹੜਾ ਸੁਭਾਵਿਕ ਗਿਆਨ ਹੁੰਦਾ ਹੈ, ਜਨਰਲ ਨੌਲੇਜ, ਉਹਨੂੰ ਪੜ੍ਹੇ ਲਿਖੇ ਕਹਿ ਦਿੰਦੇ। ਇਹ ਗਿਆਨ ਤਾਂ ਆਪਣੇ ਆਪ ਹੀ ਕਈ ਵਾਰ ਆ ਜਾਂਦਾ। ਇਹ ਤਾਂ ਦੇਖੋ, ਜਨਮ ਹੋਇਆ ਕੁਝ ਮਿੰਟਾਂ ਘੰਟਿਆਂ ਬਾਅਦ ਹੀ ਪਤਾ ਲੱਗ ਗਿਆ ਕਿ ਭੁੱਖ ਲੱਗੀ, ਦੁੱਧ ਕਿਵੇਂ ਪੀਣਾ, ਗਿਆਨ ਹੋ ਗਿਆ। ਜਾਂ ਥੋੜਾ ਬਹੁਤਾ ਗਿਆਨ ਜਿਵੇਂ ਜਿਵੇਂ ਵੱਡਾ ਹੁੰਦਾ ਗਿਆ, ਮਾਂ ਨੇ ਦੱਸਿਆ ਵੀ ਆ ਤੇਰਾ ਪਿਤਾ ਹੈ, ਪਿਤਾ ਕਹਿੰਦਾ ਤੇਰੀ ਮਾਂ ਹੈ। ਦੂਜਾ, ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੁਧ। ਥੋੜਾ ਜਿਹਾ ਹੋਰ ਵੱਡਾ ਹੋਇਆ ਤੇ ਹੋਰ ਸਮਝਾ ਦਿੱਤਾ। ਤੀਜਾ, ਭਈਆ ਭਾਬੀ ਵੇ, ਆ ਤੇਰੀ ਭਰਜਾਈ ਹੈ, ਆ ਤੇਰਾ ਭਰਾ ਹੈ, ਆ ਤੇਰੀ ਮਤਲਬ ਬੇਬੇ। ਇੱਕ ਪੁਰਾਣੇ ਸਮਿਆਂ 'ਚ ਭੈਣ ਨੂੰ ਬੇਬੇ ਕਿਹਾ ਜਾਂਦਾ ਸੀ, ਵੱਡੀ ਭੈਣ, ਜਿਵੇਂ ਅਸੀਂ ਬੇਬੇ ਨਾਨਕੀ ਕਹਿੰਦੇ। ਚੌਥੇ, ਪਿਆਰ ਉਪੰਨੀ ਖੇਡ। ਫਿਰ ਜਿਵੇਂ ਜਿਵੇਂ ਵੱਡਾ ਹੁੰਦਾ ਗਿਆ, ਇੱਕ ਸੁਭਾਵਿਕ ਸਮਾਜ ਦਾ ਗਿਆਨ, ਕੁਛ ਨੇ ਆਪ ਹਾਸਲ ਕੀਤਾ, ਕੁਛ ਇਹਦੇ ਕੋਲ ਆ ਗਿਆ, ਕੁਛ ਦੇਖੋ ਦੇਖ, ਕੁਛ ਪਰਿਵਾਰ ਚੋਂ ਮਿਲਿਆ, ਕੁਛ ਮਾਂ ਬਾਪ ਤੋਂ ਮਿਲਿਆ, ਕੁਛ ਅਧਿਆਪਕਾਂ ਤੋਂ ਮਿਲਿਆ। ਜਿਵੇਂ ਜਿਵੇਂ ਸੰਸਾਰ ਵਿੱਚ ਇਹਦਾ ਵਰਤਾਰਾ ਵੱਧਦਾ ਗਿਆ, ਮਿਲਾਪ ਵੱਧਦਾ ਗਿਆ, ਕਾਰੋ ਵਿਹਾਰ ਵੱਧਦਾ ਗਿਆ, ਬੋਲਣ ਚੱਲਣ ਵੱਧਦਾ ਗਿਆ, ਉਹ ਗਿਆਨ ਵੀ ਅੰਦਰ ਵੱਧਦਾ ਗਿਆ। ਇਹ ਸੁਭਾਵਿਕ ਇਹ ਬਾਹਰਲਾ ਗਿਆਨ ਸੀ। ਇਸ ਗਿਆਨ ਦਾ ਪਰਮਾਰਥ ਨਾਲ ਕੋਈ ਸਰੋਕਾਰ ਨਹੀਂ, ਇਸ ਗਿਆਨ ਦਾ ਰੱਬ ਨਾਲ ਕੋਈ ਸਰੋਕਾਰ ਨਹੀਂ ਹੈ। ਇਹ ਗਿਆਨ ਹਰ ਇੱਕ ਨੂੰ ਤਕਰੀਬਨ ਹੁੰਦਾ। ਜਿਨ੍ਹਾਂ ਦਾ ਬੌਧਿਕ ਤਲ ਖਰਾਬ ਹੋ ਜਾਏ, ਜਿਨ੍ਹਾਂ ਨੂੰ ਅਸੀਂ ਪਾਗਲ ਕਹਿੰਦੇ ਆ, ਉਹਨਾਂ ਨੂੰ ਇਹ ਵੀ ਨਹੀਂ ਹੁੰਦਾ, ਪਰ ਉਹ ਬਹੁਤ ਥੋੜੇ ਨੇ। ਜਿਹਨੂੰ ਪਤਾ ਹੀ ਨਹੀਂ ਮੈਂ ਕੌਣ ਹਾਂ, ਆਪਣਾ ਨਾਂ ਨਹੀਂ ਪਤਾ, ਮੈਂ ਇਨਸਾਨ ਹਾਂ ਇਹ ਵੀ ਨਹੀਂ ਪਤਾ, ਮੈਂ ਕੀ ਖਾਣਾ, ਮੈਂ ਕੀ, ਕੁਝ ਵੀ ਨਹੀਂ ਪਤਾ। ਬੌਧਿਕ ਤਲ ਮਹਾਰਾਜ ਨੇ ਤਾਂ ਜਿਨ੍ਹਾਂ ਨੂੰ ਅਸੀਂ ਪਾਗਲ ਕਹਿੰਦੇ ਆ, ਉਹਨਾਂ ਦੀ ਤੁਲਨਾ ਜਿਹੜੀ ਹੈ ਬਿਨਾਂ ਨਾਮ ਜਪਣ ਵਾਲਿਆਂ ਨਾਲ ਕਰ ਦਿੱਤੀ। ਬਿਨ ਨਾਵੇ ਜਗ ਕਮਲਾ ਫਿਰੈ। ਸੰਸਾਰ ਵੀ ਤਾਂ ਨਾਮ ਤੋਂ ਬਿਨਾਂ ਕਮਲਾ ਹੋਇਆ ਫਿਰ ਰਿਹਾ, ਝੱਲਾ ਹੋਇਆ, ਫਿਰ ਪਤਾ ਹੀ ਨਹੀਂ ਮੈਂ ਕੌਣ ਆ, ਮੈਂ ਕੀ ਕਰਨਾ ਆ, ਮੈਂ ਕੀ ਕਰਨਾ, ਮੈਂ ਕਾਹਦਾ ਵਣਜ ਕਰਨਾ, ਕਾਹਦਾ ਵਿਵਹਾਰ ਕਰਨਾ। ਬਸ ਸੰਸਾਰ ਦੇ ਧੰਦਾਂ 'ਚ ਲੱਗਿਆ ਹੋਇਆ, ਸੰਸਾਰ ਦੇ ਕੰਮਾਂ ਵਿੱਚ ਲੱਗਿਆ ਹੋਇਆ। ਤੇ ਮਹਾਰਾਜ ਕਹਿੰਦੇ ਮੈਨੂੰ ਤਾਂ ਇਹ ਵੀ ਕਮਲਾ ਹੀ ਲੱਗ ਰਿਹਾ। ਕਮਲਾ ਉਹ ਹੁੰਦਾ ਜਿਹਨੂੰ ਆਪਣੇ ਆਪ ਦਾ ਪਤਾ ਹੀ ਨਾ ਹੋਵੇ। ਪਾਗਲ ਉਹ ਹੈ ਜਿਹਨੂੰ ਆਪਣੇ ਆਪ ਦੀ ਸੁੱਧ ਨਹੀਂ, ਤੇ ਜਿਹਨੂੰ ਆਤਮਿਕ ਤੌਰ ਤੇ ਆਪਣੀ ਸੋਝੀ ਨਹੀਂ, ਜਿਹਨੂੰ ਆਪਣੇ ਮਨੁੱਖਾ ਜੀਵਨ ਦੀ ਕੀਮਤ ਦਾ ਨਹੀਂ ਪਤਾ, ਜਿਹਨੂੰ ਇਹ ਨਹੀਂ ਪਤਾ ਹਰ ਰੋਜ਼ ਬੇਸ਼ਕੀਮਤੀ, ਜਿਹਦੀ ਕੀਮਤ ਨਹੀਂ, ਇੱਕ ਇੱਕ ਸਵਾਲ ਸਾਡਾ ਵਿਅਰਥ ਜਾ ਰਿਹਾ ਹੈ। ਬਿਨਾਂ ਨਾਮ, ਬਿਨਾਂ ਸਿਮਰਨ, ਬਿਨਾਂ ਮੈਡੀਟੇਸ਼ਨ, ਬਿਨਾਂ ਸੇਵਾ ਤੋਂ ਵਿਅਰਥ ਜਾ ਰਿਹਾ, ਬਿਨਾਂ ਸਤਸੰਗ ਕਰਨ ਤੋਂ ਵਿਅਰਥ ਜਾ ਰਿਹਾ। ਮਹਾਰਾਜ ਕਹਿੰਦੇ ਮੈਨੂੰ ਉਹ ਵੀ ਕਮਲੇ, ਝੱਲੇ, ਪਾਗਲ ਲੱਗ ਰਿਹਾ, ਬਾਵਰੇ ਲੱਗ ਰਿਹਾ। ਤੇ ਦੂਸਰਾ ਗਿਆਨ ਹੈ ਜਿਹੜਾ ਸਾਡੇ ਅੰਦਰ ਆਤਮਿਕ ਗਿਆਨ ਜਿਹਨੂੰ ਕਿਹਾ, ਇਹ ਬੜਾ ਗਹਿਰਾ ਗਿਆਨ ਹੈ। ਪਰਮ ਤੱਤ ਵੀ ਮਹਾਰਾਜ ਨੇ ਇਹਨੂੰ ਕਿਹਾ, ਬ੍ਰਹਮ ਗਿਆਨ ਵੀ ਇਹਨੂੰ ਕਿਹਾ, ਇਹਨੂੰ ਵਿਵੇਕ ਗਿਆਨ, ਵਿਵੇਕ ਬੁੱਧੀ ਵੀ ਕਿਹਾ। ਵਿਵੇਕ ਇਹੀ ਹੈ ਜਿਹੜਾ ਅੰਦਰ ਦਾ ਗਿਆਨ ਹੋਵੇ, ਆਤਮਿਕ ਗਿਆਨ। ਪਰ ਇਹ ਗਿਆਨ ਐਵੇਂ ਪ੍ਰਗਟ ਨਹੀਂ ਹੁੰਦਾ, ਐਵੇਂ ਨਹੀਂ ਮਿਲਦਾ ਜਿਵੇਂ ਸੰਸਾਰ 'ਚ ਅਸੀਂ ਗਿਆਨ ਇਕੱਠਾ ਸੁਭਾਵਿਕ ਗਿਆਨ ਸਿੱਖ ਲਿਆ। ਇਹ ਗਿਆਨ ਐਵੇਂ ਨਹੀਂ। ਇਹ ਗਿਆਨ ਹਾਸਲ ਕਰਨ ਲਈ ਸਾਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਲ ਆਉਣਾ ਪੈਂਦਾ। ਇਸ ਵਿਵੇਕ ਬੁੱਧੀ ਨੂੰ ਪ੍ਰਾਪਤ ਕਰਨ ਲਈ, ਵਿਵੇਕ ਗਿਆਨ, ਬ੍ਰਹਮ ਗਿਆਨ ਨੂੰ ਪ੍ਰਾਪਤ ਕਰਨ ਲਈ, ਆਤਮ ਗਿਆਨ ਪ੍ਰਾਪਤ ਕਰਨ ਵਾਸਤੇ, ਉਹ ਗਿਆਨ ਜਿਹੜਾ ਗਿਆਨ ਪ੍ਰਮਾਤਮਾ ਨੂੰ ਹੈ, ਮਹਾਰਾਜ ਕਹਿੰਦੇ ਉਹ ਸਮਝ ਵਾਲਾ, ਉਹ ਬੁੱਝਣਾ, ਉਹ ਬੁੱਝਦਾ ਹੈ, ਉਹ ਗਿਆਨਵਾਨ, ਸਾਰਿਆਂ ਦਾ ਗਿਆਨ ਉਹਦੇ ਕੋਲ। ਉਸ ਗਿਆਨ ਨੂੰ ਜੇ ਤੁਸੀਂ ਛੂਹਣਾ ਹੈ, ਉਹਨੂੰ ਵੇਖਣਾ ਹੈ, ਉੱਥੇ ਤੱਕ ਪਹੁੰਚਣਾ ਹੈ, ਬ੍ਰਹਮ ਗਿਆਨ ਨੂੰ ਹਾਸਲ ਕਰਨਾ, ਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਬਿਨਾਂ ਨਹੀਂ ਪ੍ਰਾਪਤ ਹੋਣਾ। ਇੱਥੇ ਸਾਨੂੰ ਇਸ ਗਿਆਨ ਨੂੰ ਹਾਸਲ ਕਰਨ ਲਈ ਗੁਰੂ ਦੀ ਲੋੜ ਪਏਗੀ। ਇਹ ਬ੍ਰਹਮ ਗਿਆਨ ਹੈ, ਇਹ ਪਰਮ ਗਿਆਨ ਹੈ, ਇਹ ਅਸਲ ਸਾਡੇ ਜੀਵਨ ਦਾ ਸਵਰੂਪ ਹੈ। ਜਦੋਂ ਆਤਮ ਗਿਆਨ ਪ੍ਰਾਪਤ ਹੁੰਦਾ ਹੈ, ਫਿਰ ਇਨਸਾਨ ਨੂੰ ਸਮਝ ਲੱਗਦੀ ਹੈ ਮੈਂ ਕੌਣ ਸੀ, ਕਿੱਥੋਂ ਆਇਆ, ਕੀ ਕਰਨਾ ਆ, ਕੀ ਕਰ ਰਿਹਾ ਮੈਂ। ਜਾਂ ਇਉਂ ਕਹਿ ਲਓ ਕਿ ਇਨਸਾਨ ਦੇ ਅੰਦਰ ਦੋ ਬਿਰਤੀਆਂ ਨੇ,
एक ਕਾਂ ਬਿਰਤੀ है, एक हंस ਬਿਰਤੀ है। जिवें कबीर साहब का एक दिन बचन आया ਸੀ ना, मेरे अंदर दो इस्त्रियां ने, दो मत्तां ने, एक माड़ी है एक चंगी है। मैं गुरु कोले गया, गुरु ने माड़ी एक औरत एक इस्त्री एक घर वाली भजा दी, माड़ी मत भजा दी, दुरमत जिहड़ी है भैड़ी मत वो खत्म कर दी, ते सुचज्जी चंगे आचरण चंगे व्यवहार चंगे किरदार वाली चंगे खानदान वाली एक घर वाली मेरे अंदर रह गई। वो मत है जिन्हें मैनू संसार विच भी माण दवा दिता, परमात्मा के घर विच भी माण दवा दिता। पातशाह कहते जदों गहराई नाल संसार नूं वेखदे आ, जिहड़ी ਕਾਂ ਬਿਰਤੀ है ये ज्यादा प्रबल है। ਕਾਂ ਤੁਸੀਂ देखो सवेरे दिन चढ़ते ਉਹਨੂੰ किवें ਕਾਵਾਂ रौली, ਆਪਾਂ कहना किवें ਕਾਵਾਂ रौली पै रही आ, ते जदों लोग भी उसे तरह का रौला पाउण ते लोग कह दिंदे आ किवें ਕਾਵਾਂ रौली पा रहे आ। संसार च जिथे बहुती भीड़ होवे, तुसीं पब्लिक प्लेसां ते वेखोगे ਕਾਵਾਂ रौली आ, सब्जी मंडियां जाके वेखो ਕਾਵਾਂ रौली आ। कई बार एक ਕਾਂ ਬਿਰਤੀ इन्नी प्रबल हुंदी है, इंसान सतसंग विच आके भी चुप नहीं करता, धार्मिक स्थानां दे विच चुप नहीं करता। इत्थे भी कई बार दी ਕਾਵਾਂ रौली हावी हो जाती है, बैठा गुरु घर हुंदा ते गल्लां संसार दीयां। किसी अफसर नूं मिलण जाना, फोन बंद करके जांदा, लेकिन पातशाहां दे पातशाह कोल आउणा होवे बड़ी लापरवाही है। फोन भी सुनी जांदा, कथा भी सुनी जांदा, पाठ भी करी जांदा, फोन भी सुनी जांदा। तो सतगुरु कहते ने सी गुरु नूं इह कहना कि पातशाह ਇਹ ਕਾਂ ਬਿਰਤੀ खत्म कर, इन्हें बड़ा खज्जल किया, मेरे अंदर हंस बिरती पैदा करो। ਕਾਂ अवगुणां दी निशानी है, ਕਾਂ भैड़ी मत दी निशानी है, ਕਾਂ बिरती माड़ी मत दी निशानी है, हंस बिरती चंगे गुणां दी चंगी मत दी निशानी है। हंस नूं तां पातशाह ने चंगे गुणां नाल तरजीह दित्ती है। और जिस दर ते आपां बैठे आ, इस दर ते ये बख्शिशां अक्सर वरतियां ने, अमृत सर सतगुर सतवादी जित नहातै कौआ हंस हो है। एक गाथा भी प्रचलित है कि श्री अमृतसर साहब के पावन पवित्र सरोवर च काले ਕਾਂ चुब्बियां मारदे आ, चिट्टे हंस बन के निकलदे आ। यह वरतारा कदे सचमुच प्रैक्टिकल विच भी वरतिया, पर सतगुरां ने उत्थे जिहड़ा सिद्धांत दिता वह बड़ा गहरा है। महाराज कहते हुण रोज उत्थे तू बाहरले कावां नूं हंस बनदे ना वेखी जाए। भी अज भी मेरे अज बड़े लोग दर करदे आ ना कि जे इवें ही आंदा जी साडे सामने काला ਕਾਂ सी लैके आउणे आ ते उहनूं चिट्टा करके विखाओ। बाणी दे विच सारा ज्ञान अंदर दा है। इत्थे साडी मत दी अंदरले ज्ञान दी गल चल रही है, जिहड़ी मत बिरती ਕਾਂ वर्गी हो चुकी आ। महाराज कहंदे अमृतसर बाणी दा जिहड़ा सरोवर है, बाणी का जिहड़ा खजाना, इस सरोवर च तू चुब्बी तां मार, इस सरोवर च तेरे तन ने चुब्बी नहीं मारनी, तेरे मन ने चुब्बी मारनी आ। जदों मन इस सरोवर च चुब्बी मारेगा, जिहड़ा ਕਾਂ दी तरह काला होया पिया हंस वर्गा चिट्टा उजला हो जाएगा। जित नहातै कौआ हंस हुआ, ਕਾਂ बिरती हंस बिरती बन जाएगी, भैड़ी मत चंगी मत हो जाएगी। भैड़ी मत गुरु रख लैणगे ते चंगी मत सानू अपनी मत दे देणगे, गुर की मत सानू मिल जाएगी। तो महाराज कहते हैं कि यह अक्सर ये जीवन च मैं नेड़े होकर वेख्या, बड़ी अफसोस की गल है, देखण नूं इंसान होवे ते काम इंसान वाले नूं होण। वेखण नूं मनुख लग रहा लेकिन काम मनुखा वाले नहीं, क्योंकि ज्ञान अंदर खावां रौली पै रही आ। चलो बाहरों कुछ भी ना बोले, कई आप कहने जी घट बोलता, पर घट बोलने वाला थोड़ी भी मन भी चुप किया होया, मन घट बोल रहा, मन च तां चल ही रहा सारा कुछ। बल्कि जिहड़े घट बोलते हैं उन्हां दे अंदर तां बहुत वड्डियां जिहड़ियां योजनावां चल रही होंदियां। जदों प्रगट हुंदी उदों पता लगता भी बोलदा बड़ा घट सी ते आ इहने की कर दिता। घट बोलण वालियां दे अंदर ज्यादा शोर शराबा हो रहा है। जिन्हें जिहड़े मोनी बने, अपने आप नूं मोनी क्या, मूँह तो चुप कीते लेकिन मन तो उन्हां दा भी बोल रहा, इशारियां नालों गल्लां कर रहे हैं। इशारियां की भाषा, क्योंकि भाषा जिहड़ी है तीन तरह की हुंदी है ना, एक इशारियां की भाषा हुंदी है, एक अंकां की भाषा हुंदी है, एक शब्दां की अखरां की भाषा हुंदी है। गुरु ग्रंथ साहिब च नहीं आ, एक ओंकार दे विच ते नहीं आ। तो महाराज कहंदे आ, जदों मैं इंसान नूं नेड़ियों तक्किया, नेड़ियों कई शब्द इहो जिहा जदों साडे गाहे बगाए कन्नां च पैंदे आ ना, जिहड़े रोज कथा सुणदे आ, चाहे कितों भी सुण रहे आ, चाहे सचखंड श्री हरिमंदर साहब तो सुन, चाहे बंगला साहब जिथों जिथों लाइव चलदा, जेड़े रोज सुनते आ,
जिन्हां दे कोई अंदर एक लड़ी चल रही है कथा दी, जदों वो गाए बगाए किते जांदे आ, कोई भी बाणी पढ़ रहा होवे, कोई भी बाणी पढ़ रहा होवे, चलो सुखमनी साहब सब तो वध बाणी पढ़ी जाती है, बहुत ज्यादा सोसाइटियां संस्थावां सुखमनी साहब के नां ते ने, बड़े जथे सुखमनी साहब के नां ते ने, अक्सर हर गुरु घर च सुखमनी साहब का पाठ जां किसी के घर में बाड़े चलदा, ते जदों किते गाए बगाए करना च शब्द पैंदा, करतूत पशु की मानस जात, ਜਿਹੜਿਆਂ ਨੂੰ कुछ थोड़ा बहुत बोध है बाणी का, वो कहते अंदर कंब जाता। क्या कि परमात्मा सतगुरु आ की कह रहे हैं भी है देखण नूं इंसान, पर काम इंसान वाले नहीं, देखण नूं बंदा काम बंदे वाले नहीं। लोग विचारा करे दिन रात, उंज दिन रात लोगों वास्ते विखावा कर रहा कि भाई मैं बंदा बड़ा ज्ञानवान हाँ, पर महाराज कहते मैनू पुछ मेरी निगाह च की है। इस करके कहना पिया क्योंकि काम बिरती ज्यादा हावी है, हंस बिरती घट है। धन गुरु नानक देव पातशाह किसी खेत च रुके, उत्थे हंस आया, हंस उड़ारी मारी ते उड़ लिया, महाराज उहदे पिछे पिछे दौड़ पे। गुरु नानक साहब भाई मरदाने ने कहा महाराज इधर क्यों दौड़ पे, अचानक की होया? कहंदे हंस वो देख हंस उड्डिया जांदा, उहनूं फड़न चले। भाई मरदाने ने महाराज वो तो एडियां उच्चियां उडारियां भरन वाला पंछी है, एक वार दी जे उडारी भरे 5-5 हज़ार को पैंडा तय कर जांदा, तुसीं किवें फड़ोगे? ते तुहानूं उह च की चंगा लग्या? जानवरां देखो ਕਾਂ भी फिरदे ते होर कन्ने इन्हां नूं फड़ लो। हाँ कहंदे नहीं वो चंगा, वो मैनूं वधिया लगदा, मैं इस करके उहनूं फड़ना। मारे भाई मरदाना भी हुण कई गल्लां देखो सतगुरां ने कुछ समझाउणा हुंदा। भाई मरदाना कहंदा महाराज छड्डो खैड़ा, तो उड़ गया, उडारी भर गया, हुण अपने हिसाब च नहीं होना, हुण तुसीं ना ही तरला मारो। मारे कहंदे गल हंस दी नहीं, गल तां चंगे गुणां दी, चंगी मत दी सी, चंगी मत दे पिछे मैं दौड़ रहा कि आ ਕਾਂ तां मेरे आले दुआले फिरदे आ, ਕਾਂ वर्गी मत छड्ड के वे हंस वाली मत अंदर लैके आउणी आ। भाई मरदानिया मैं अपने सिखां नूं उपदेश ही दे के जाना कि हंस बिरती पैदा करियो, ਕਾਂ बिरती नहीं पैदा करनी। हंस वर्गे गुण, हंस वर्गा ज्ञान होवे तुहाडे कोले। हंस एक ज्ञान का प्रतीक है, चंगे गुणां का प्रतीक है। इहो जिहा ज्ञान तुहाडे अंदर होवे तो महाराज साहब कहंदे आ आखण सुनना पाउण की बाणी, ए मन रत्ता माया। ये जिहड़ा मन है ये माया दे विच रतिया पिया, तो महाराज कहंदे जद तक ये मन माया दे रंग विच रंगिया होया है ते मजहबी किताब दे मसले सुनने सुनाने बेअसर हन, क्योंकि मन तक तां गल जा ही नहीं रही, इन्ना इहदे उत्ते मैल चढ़ी हुई है, इहनूं सुण ही नहीं रहा गुरु की कह रहा। कुंभकर्ण भी 6 महीनों बाद उठ पैंदा सी, कहंदे ने लिखण वाले भी उहदी नींद बड़ी गहरी, जदों उहनूं लोड़ होनी ढोल ढमक्के बजा के कोई 6 महीनों बाद उहदी अख खुलदी। चंगा सी जिहड़ा 6 महीनों बाद उठता खड़दा सी, पर इंसान दी नींद मन ये इन्नी गहरी नींद च सुत्ता सारी सारी उम्र नहीं उठदा। कुंभकर्ण 6 महीनों बाद उठदा ते ये मन सारी सारी उम्र नहीं उठदा। मन सुत्ता, मन सोया माया विस्वाद। मारे कोले असीं आउंदे आ कि किते मन जाग पए। गुरु नानक साहब ने सज्जन ठग तां जागदा ही सी, पर उहनूं जगाया। कौड़ा राक्ष जागदा सी पर फिर भी जगाया। ते हुण पुछिए मारे तो सामने जागदे बैठे गल्लां कर रहे तुहाडे नाल, बचन कर रहे, जगाया कहंदे मन सुत्ते पए सी, मन जगाया। दुनी चंद दा मन जगाया, बाबे सौण दा मन जगाया। जिहनूं भी मिले सतगुरां ने सुत्ते मन जगाए। अज भी बाणी सुत्ते मनां नूं जगा, जाग लिहो रे मना जाग लिहो, कहां गाफल सोया। जागो जागो सुत्ते हो, चलिया वणजारा भाई, तुरिया जा रहा तेरा वेला। जाग ते जेड़ा वणज वपार करना आ, नाम दा वणज करना आ, वो कर लै, नहीं तां ये वेला बड़ी तेजी नाल लंघ रहा। जो दिन आवे 100 दिन, जेड़ा दिन चढ़दा तैनूं पता ही नहीं लगदा किहड़े वेले शाम पै जांदी है। रात सौं के 4 गवाया हंड के 4 गवाया सम, लेखा रब मंगेसिया तू आहो तेरे कम। तेरा दिन कम्मां दे विच खाण पीण च इधर उधर दी दौड़ भज विच लंघ जांदा ते रात तेरी सौं के लंघ जांदी आ। मारे कहंदे मन जगाएगा कदों? हुण जागण ते जगाउण दा वेला भाई। हुण इस वेले नूं समझ, खसम की नदर दिल है पसंदे, जिनी कर एक ध्याया, 30 कर रखे 5 कर साथी, 9 शतैन मत कट जाई। इस मन की जिहड़ी मारे कहंदे तू 30 रोजे गिण के, एक काजी नूं उपदेश दे रहा। चलो जेड़ा सामने बैठा, बाणी दी एक खूबसूरती है कि एक जाने नूं संबोधन करके पातशाह उपदेश दिंदे है।
ਉਪਦੇਸ਼ ਜੁਗੋ ਜੁਗ ਅਟਲ ਹੋ ਜਾਂਦਾ ਤੇ ਉਪਦੇਸ਼ ਸਾਰਿਆਂ ਲਈ ਸਾਂਝਾ ਹੋ ਜਾਂਦਾ। ਇਹ ਥੋੜੀ ਵੀ ਹੁਣ ਕਾਜੀ ਨੂੰ ਕਿਹਾ ਤੇ ਗੱਲ ਉੱਥੇ ਹੀ ਖਤਮ ਹੋ ਗਈ। ਜਦੋਂ ਇਹ ਸ਼ਬਦ ਜਦੋਂ ਅਸੀਂ ਸਾਹਮਣੇ ਬੈਠ ਕੇ ਪੜ੍ਹਾ ਸੁਣਾਂਗੇ, ਇਹ ਗਿਆਨ ਸਾਨੂੰ ਵੀ ਉਨਾ ਹੀ ਮਿਲੇਗਾ ਤੇ ਉਨਾ ਹੀ ਅਸਰ ਕਰੇਗਾ। ਬਾਦਸ਼ਾਹ ਕਹਿੰਦੇ ਨੇ, ਨਾਨਕ ਆਖੇ ਰਾਹੇ ਪੈ ਚੱਲਣਾ, ਮਾਲ ਧਨ ਕੇ ਤੂੰ ਗੁਸੰਜਾਹੀ। ਭਾਈ ਆ ਜਿਹੜਾ ਵੇਲਾ ਹੈ, ਤੂੰ ਜੀਵਨ ਦੇ ਸਹੀ ਰਸਤੇ ਉੱਤੇ ਤੈਨੂੰ ਤੁਰਨਾ ਚਾਹੀਦਾ। ਮਾਇਆ ਦੇ ਰਾਹ, ਠੱਗੀਆਂ ਦੇ ਰਾਹ ਛੱਡ ਕੇ ਤੋ ਸਤਿਗੁਰੂ ਪਾਤਸ਼ਾਹ ਕਹਿੰਦੇ ਕਾਂ ਵਾਲੀ ਬਿਰਤੀ ਨੂੰ ਛੱਡ ਕੇ, ਔਗਣਾ ਵਾਲੀ ਬਿਰਤੀ ਛੱਡ ਕੇ ਤੂੰ ਪਰਮ ਗਿਆਨ, ਪਰਮ ਤਤ ਬ੍ਰਹਮ ਗਿਆਨ ਵੱਲ ਚੱਲ। ਉਸ ਰਸਤੇ ਤੇ ਚੱਲ ਜਿਹੜੇ ਰਾਹ ਤੇ ਤੁਰਿਆ ਪਰਮਾਤਮਾ ਮਿਲਦਾ। ਮਾਇਆ ਦੇ ਅਧੀਨ ਹੋ ਕੇ ਕੰਮ ਕਰਨੇ ਛੱਡ, ਕਿਉਂਕਿ ਮਾਇਆ ਲਈ ਤਾਂ ਬੰਦਾ ਪਾਪਾਂ ਵਜੋਂ ਹੋਵੇ ਨਹੀਂ, ਮੋਇਆ ਸਾਥ ਨਾ ਜਾਏ। ਇਹ ਤੈਨੂੰ ਪਾਪਾਂ ਦੇ ਰਾਹ ਤੇ ਤੋਰ ਦੇਗੀ। ਤੇ ਜਿਨ੍ਹਾਂ ਦੀ ਬਿਰਤੀ ਹੰਸ ਤੋਂ ਕਾਂ ਵਾਲੀ ਬਣ ਗਈ, ਜਾਂ ਕਾਂ ਬਿਰਤੀ ਇੰਨੀ ਹਾਵੀ ਹੋ ਗਈ, ਹੰਸ ਬਣਨ ਦਾ ਨਾਂ ਨਹੀਂ ਲੈਂਦੀ, ਉਹਨਾਂ ਨੂੰ ਮਾਰੇ ਕਹਿੰਦੇ ਆ 100 ਉਲਾਮੇ ਦਿਨਾਂ ਕੇ ਰਾਤੀ ਮਿਲਣ ਸਹੰਸ। ਉਹਨਾਂ ਦੀ ਆਤਮਾ ਨੂੰ ਉਲਾਮੇ ਮਿਲਣੇ ਆ। ਤੁਸੀਂ ਇੱਕ ਕੰਮ ਕਿਸੇ ਨੂੰ ਕਰਨ ਭੇਜੋ, ਤੁਹਾਡਾ ਕੰਮ ਨਾ ਕਰੇ, ਖਰਾਬ ਕਰਦੇ, ਕਈ ਦਿਨ ਉਲਾਮਾ ਦੇਈ ਜਾਂਦੇ ਆ। ਤੇ ਪ੍ਰਮਾਤਮਾ ਨੇ ਏਡਾ ਵੱਡਾ ਮਨੋਰਥ ਦੇ ਕੇ ਸਾਨੂੰ ਮਨੁੱਖਾ ਜੀਵਨ ਦਿੱਤਾ। ਕਈ ਸਾਲ ਅਸੀਂ ਵਿਅਰਥ ਲੰਘਾ ਰਹੇ ਹਾਂ। ਤੁਰਨਾ ਤਾਂ ਕੀ ਕਦੇ ਸੋਚਿਆ ਵੀ ਨਹੀਂ ਉਸ ਰਸਤੇ ਤੇ ਜਾਣ ਲਈ। ਕਦੇ ਹੰਸ ਬਿਰਤੀ ਬਣਾਉਣ ਵਾਸਤੇ ਸੋਚਿਆ ਹੀ ਨਹੀਂ ਅਸੀਂ ਹੰਸ ਬਣੀਏ, ਚੰਗੇ ਬਣੀਏ। ਕਦੇ ਮਨ 'ਚ ਖਿਆਲ ਹੀ ਨਹੀਂ ਆਇਆ, ਕਦੇ ਗੁਰੂ ਕੋਲ ਬੈਠੇ ਹੀ ਨਹੀਂ। ਤੇ ਮਹਾਰਾਜ ਕਹਿੰਦੇ ਇਹੋ ਜਿਹੇ ਲੋਕਾਂ ਨੂੰ 100 ਉਲਾਮੇ ਦਿਨਾਂ ਕੇ ਰਾਤੀ ਮਿਲਣ ਸਹੰਸ। 100 ਉਲਾਮਾ ਦਿਨ ਦਾ ਮਿਲ ਰਿਹਾ ਤੇ ਰਾਤਾਂ ਦੇ ਹਜ਼ਾਰਾਂ ਉਲਾਮੇ ਮਿਲ ਰਹੇ ਆ। ਸਿਫਤ ਸਲਾਹਣ ਛੱਡ ਕੇ ਰੰਗੀ ਲੱਗਾ ਹੰਸ। ਇਹਨੂੰ ਹੰਸ ਵਰਗੇ ਇਨਸਾਨ ਨੂੰ, ਜਿਹਨੇ ਹੰਸ ਬਿਰਤੀ ਉਜਾਗਰ ਕਰਨੀ, ਪ੍ਰਗਟ ਕਰਨੀ, ਹੰਸ ਵਰਗਾ ਚੰਗੇ ਗੁਣਾਂ ਵਾਲਾ ਬਣਨਾ ਸੀ, ਅੱਜ ਉਹ ਸਿਫਤ ਪਰਮਾਤਮਾ ਦੀ ਸਿਫਤ ਸਲਾਹ ਛੱਡ ਕੇ, ਜਿਵੇਂ ਕਾਂ ਹੱਡਾ ਰੋੜੀ ਲੱਭਦਾ ਨਾ, ਜਿਵੇਂ ਕਾਂ ਨੂੰ ਮਾਸ ਚਾਹੀਦਾ, ਗੰਦਗੀ ਚਾਹੀਦੀ ਹੈ। ਕਾਂ ਤੁਸੀਂ ਵੇਖੋ ਗੰਦਗੀ ਤੇ ਬੜਾ ਜਾਂਦਾ ਹੈ, ਕਾਂ ਹੱਡਾ ਰੋੜੀ 'ਚ ਬੜਾ ਜਾਂਦਾ ਹੈ। ਮਹਾਰਾਜ ਕਹਿੰਦੇ ਜਿਨ੍ਹਾਂ ਦੇ ਅੰਦਰ ਕਾਂ ਬਿਰਤੀ ਜ਼ਿਆਦਾ ਪ੍ਰਬਲ ਹੋ ਗਈ, ਉਹ ਪਰਮਾਤਮਾ ਦੇ ਗੁਣਾਂ ਦੀ ਸਿਫਤ ਛੱਡ ਕੇ ਨਿੰਦਿਆ, ਚੁਗਲੀ, ਰੂਪ, ਹੱਡਾ ਰੋੜੀਆਂ ਤੇ ਜਾ ਬੈਠਦੇ ਆ। ਜਿਨ੍ਹਾਂ ਦੀ ਕਾਂ ਬਿਰਤੀ ਜਾ, ਉਹ ਜਿੱਥੇ ਲੋਕ ਚਰਚਾ, ਆਮ ਦੁਨੀਆ ਦੀਆਂ ਗੱਲਾਂ ਜ਼ਿਆਦਾ ਚੱਲਦੀਆਂ, ਕੌਣ ਕਿਸੇ ਨੂੰ ਚੰਗਾ ਕਹਿ ਰਿਹਾ, ਮਾੜਾ ਕਹਿ, ਇਹੋ ਜਿਹੇ ਗੱਲਾਂ ਸੁਣਨ ਦੀ ਜਿਨ੍ਹਾਂ ਦੀ ਇੱਛਾ ਪ੍ਰਬਲ ਹੋ ਗਈ, ਕਾਂ ਬਿਰਤੀ ਪ੍ਰਬਲ ਹੋ ਗਈ, ਉਹਨਾਂ ਨੂੰ 100 ਉਲਾਮਾ ਦਿਨ ਦਾ ਤੇ ਰਾਤ ਦੇ ਹਜ਼ਾਰਾਂ ਉਲਾਮੇ ਮਿਲਦੇ। ਤੋ ਮਹਾਰਾਜ ਕਹਿੰਦੇ ਇੱਕ ਦਿਨ ਕਬੀਰ ਸਾਹਿਬ ਸੰਸਾਰ ਦੀ ਇਸ ਕਾਵਾਂ ਰੌਲੀ ਨੂੰ ਵੇਖ ਕੇ ਉਦਾਸ ਹੋ ਗਏ। ਇਨਸਾਨ ਦੇਖੋ, ਠੋਕਰ ਤਾਂ ਕਿਤੇ ਨਾ ਕਿਤੇ ਲੱਗਦੀ ਆ ਨਾ, ਜਦੋਂ ਮਨ ਤੇ ਗਹਿਰਾ ਅਸਰ ਹੁੰਦਾ ਹੈ। ਉਹ ਠੋਕਰ ਨੇ ਹੀ ਬਾਬਾ ਅਮਰਦਾਸ ਨੂੰ ਗੁਰੂ ਅਮਰਦਾਸ ਬਣਾਇਆ। ਬਾਬਾ ਜੇਠਾ ਜੀ ਨੂੰ ਠੋਕਰਾਂ ਵੱਜੀਆਂ, ਧੰਨ ਗੁਰੂ ਰਾਮਦਾਸ ਬਣੇ। ਠੋਕਰ ਜੀਵਨ 'ਚ ਬੜੀ ਅਹਿਮੀਅਤ ਰੱਖਦੇ ਆ, ਪਰ ਜੇ ਠੋਕਰ ਖਾ ਕੇ ਬੰਦਾ ਸਮਝ ਜਾਏ, ਜੇ ਉਹ ਕਵੇ ਵੀ ਕੋਈ ਗੱਲ ਨਹੀਂ, 2 ਪਈਆਂ ਵਿਸਰ ਗਈਆਂ ਸਦਕੇ ਮੇਰੀ ਢੂਈ ਦੇ, ਫਿਰ ਕੁਝ ਨਹੀਂ ਬਣਨਾ। ਠੋਕਰਾਂ ਖਾ ਕੇ ਵੀ ਉਸੇ ਰਾਹ ਤੇ ਤੁਰੀ ਜਾਵੇ, ਫਿਰ ਉਹਦਾ ਕੀ? ਜੇ ਠੋਕਰ ਖਾ ਕੇ ਪਿੱਛੇ ਮੁੜਦਾ, ਫਿਰ ਪਿੱਛੇ ਦਾ ਗੁਰੂ ਲੈਣ ਵਾਸਤੇ ਖੜਾ ਹੀ ਹੈ ਨਾ। ਤੋ ਮਹਾਰਾਜ ਕਹਿੰਦੇ ਆ, ਕਬੀਰ ਸਾਹਿਬ ਕਹਿੰਦੇ ਇੱਕ ਦਿਨ ਬੜਾ ਮਨ ਉਦਾਸ ਹੋਇਆ। ਦੇਖੋ ਠੋਕਰ ਕਿੱਥੋਂ ਵੱਜ ਰਹੀ। ਕਿਸੇ ਨੇ ਪੁੱਛਿਆ ਜੀ ਕੀ ਗੱਲ, ਕੰਮ ਘਟ ਗਿਆ, ਦੁਕਾਨ ਨਹੀਂ ਵਧੀਆ ਚੱਲ ਰਹੀ, ਠੱਡੀ ਦੇ ਉੱਤੇ ਕੰਮ ਘੱਟ ਹੈ, ਘਰ ਦੇ ਵਿੱਚ ਕੋਈ ਤੰਗੀ ਹੈ, ਕੋਈ ਦੁੱਖ ਹੈ, ਤਕਲੀਫ ਹੈ, ਕੋਈ ਰੋਗ, ਕੋਈ ਬਿਮਾਰੀ, ਦੱਸੋ। ਕੋਈ ਮਾਇਆ ਦੀ ਕਮੀ, ਪਦਾਰਥਾਂ ਦੀ ਕਮੀ, ਅਸੀਂ ਪੂਰੀ ਕਰਦੇ ਹਾਂ, ਕਿਉਂਕਿ ਪਰਮਾਤਮਾ ਦੇ ਭਗਤ ਨੇ, ਆਲੇ ਦੁਆਲੇ ਸੰਗਤ ਪਿਆਰ ਕਰਦੀ ਹੈ। ਬੜਿਆਂ ਨੇ ਪੁੱਛਿਆ ਆ ਕੇ, ਕਹਿੰਦੇ ਐਸੀ ਤਾਂ ਕੋਈ ਗੱਲ ਨਹੀਂ, ਫਿਰ ਉਦਾਸ ਕਿਉਂ? ਉਦਾਸ ਕਿਹੜੀ ਗੱਲ ਤੋਂ ਹੋ ਗਏ? ਲਓ ਹੁਣ ਆਹ ਬਚਨ ਸੁਣ ਕੇ ਕਿਤੇ ਨਾ ਕਿਤੇ ਮਨ ਵਿੱਚ ਅਹਿਸਾਸ ਜ਼ਰੂਰ ਕਰਿਓ ਕਿ ਗੱਲ ਕਿਹੜੀ ਠੋਕਰ ਵਾਲੀ ਹੁੰਦੀ ਹੈ ਤੇ ਉਦਾਸ। ਕਬੀਰ ਸਾਹਿਬ ਕਹਿੰਦੇ, ਕਬੀਰ ਹਾਡ ਜਰੇ ਜਿਉ ਲੱਕਰੀ, ਕੇਸ ਜਰੇ ਜਿਉ ਘਾਸ, ਇਹ ਜਗ ਜਰਤਾ ਦੇਖ ਕੇ ਭਇਓ ਕਬੀਰ ਉਦਾਸ। ਮੈਂ ਆਪਣੀਆਂ ਅੱਖਾਂ ਨਾਲ ਸੰਸਾਰ ਨੂੰ ਸੜਦਾ ਵੇਖ ਰਿਹਾ, ਰੋਜ਼ ਵੇਖ ਰਿਹਾ, ਮੇਰੇ ਸਾਹਮਣੇ ਲੋਕ ਅਰਥੀਆਂ ਤੇ ਜਾ ਰਹੇ ਆ, ਮਨ ਉਦਾਸ ਹੋ ਗਿਆ। ਮਨਾ ਇੱਕ ਦਿਨ ਇਹ ਅਰਥੀ ਤੇਰੇ ਲਈ ਵੀ ਆਉਣੀ ਹੈ, ਪਰ ਇਸ ਤੋਂ ਪਹਿਲਾਂ ਤੇਰੇ ਕੋਲੇ ਕੀ ਹੈ, ਜਾਣ ਤੋਂ ਪਹਿਲਾਂ ਕੀ ਹੈ। ਉੱਥੇ ਜਾ ਕੇ ਵੀ ਕਿਤੇ ਮਨ ਬਦਲ ਜਾਏ, ਕਿਤੇ ਮਨ ਜਾਗ ਜਾਏ, ਉੱਥੇ ਵੀ ਮਨ ਦੇ ਵਿੱਚ ਸੰਸਾਰ ਵੱਲੋਂ ਉਦਾਸੀਨਤਾ, ਉਪਰਾਮਤਾ ਆ ਜਾਏ, ਪਰ ਉੱਥੇ ਵੀ ਨਹੀਂ ਆਉਂਦੀ। ਕਿਸੇ ਵਿਦਵਾਨ ਨੇ ਕਿਹਾ, ਕੋਈ 100 ਵਾਰ ਕਿਸੇ ਤੀਰਥ ਅਸਥਾਨਾਂ ਤੇ ਜਾਇਆ ਵੇ, ਤੀਰਥ ਇਸ਼ਨਾਨ ਕਰਿਆ ਵੇ, ਤੀਰਥ ਯਾਤਰਾ ਕਰਿਆ ਵੇ, 100 ਵਾਰ,
जिन्ना ज्ञान ਉਹਨੂੰ 100 ਵਾਰ ਵੱਡੇ ਵੱਡੇ ਧਾਰਮਿਕ ਸਥਾਨਾਂ ਤੇ ਜਾਣ ਤੇ ਮਿਲਣਾ ਹੈ, ਉਨਾ ਗਿਆਨ ਜੋ ਲੈਣਾ ਚਾਹਵੇ ਇੱਕ ਵਾਰ ਸ਼ਮਸ਼ਾਨ ਘਾਟ ਜਾਣ ਤੇ ਮਿਲ ਜਾਂਦਾ, ਜੇ ਲੈਣਾ ਚਾਹਵੇ। ਬੜਾ ਫਰਕ ਹੈ, ਇੱਕ ਪਾਸੇ 100 ਗੇੜਾ, ਉਹ ਵੀ ਵੱਡੇ ਵੱਡੇ ਧਾਰਮਿਕ ਸਥਾਨਾਂ ਤੇ, ਫਿਰ ਉਹਨਾਂ ਗਿਆਨ ਜਿਹੜਾ 100 ਗੇੜੇ 'ਚ ਮਿਲਿਆ, ਇੱਕ ਗੇੜਾ ਸ਼ਮਸ਼ਾਨ ਘਾਟ ਦਾ ਉਹ ਗਿਆਨ ਦੇ ਦਿੰਦਾ ਹੈ ਕਿ ਉੱਥੇ ਜਾ ਕੇ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਅੰਤ ਤਾਂ ਹੀ ਹੈ ਨਾ, ਅਸਲ ਘਰ ਤਾਂ ਮੇਰਾ ਆਹ ਜਿੱਥੇ ਮੈਨੂੰ ਸਾਰਿਆਂ ਨੇ ਆ ਕੇ ਛੱਡ ਕੇ ਚਲੇ ਜਾਣ। ਇੱਥੇ ਆ ਕੇ ਮੇਰੇ ਇਹ ਜੀਵਨ ਦੀ ਲੀਲਾ, ਸਰੀਰ ਦੀ ਲੀਲਾ ਖਤਮ ਹੋ ਜਾਣੀ ਹੈ। ਹਾੜ ਜਰੇ ਜੋ ਘਾਸ, ਹਾੜ ਜਰੇ ਜੋ ਲੱਕਰੀ, ਕੇਸ ਜਰੇ ਜੋ ਇੱਥੇ ਆ ਕੇ ਮੇਰੇ ਜੀਵਨ ਦਾ ਅੰਤ ਹੋਣਾ। ਪਰ ਮਹਾਰਾਜ ਕਹਿੰਦੇ ਮੈਂ ਉੱਥੇ ਵੀ ਵੇਖਿਆ ਸਾਹਮਣੇ ਚਿਖਾ ਚਿਣੀ ਜਾ ਰਹੀ ਹੁੰਦੀ ਆ, ਸਾਹਮਣੇ ਚਿਖਾ ਨੂੰ ਲਾਂਬੂ ਲੱਗ ਰਿਹਾ ਹੁੰਦਾ ਹੈ ਤੇ ਪਿੱਛੇ ਹੱਥ ਵੀ ਜੋੜੇ ਹੁੰਦੇ ਆ, ਅਰਦਾਸ ਪੈਰਾਂ ਤੇ ਜੋੜੇ ਵੀ ਨਹੀਂ ਲਾਏ ਹੁੰਦੇ ਤੇ ਗੱਲਾਂ ਜੇ ਵੋਟਾਂ ਚੱਲਦੀਆਂ, ਵੋਟਾਂ ਦੀਆਂ ਚੱਲੀ ਜਾਂਦੀਆਂ। ਜੇ ਕੋਈ ਹੋਰ ਕਾਰੋਬਾਰ ਦੀਆਂ ਗੱਲਾਂ ਉੱਥੇ ਵੀ ਸੰਸਾਰ ਦੀਆਂ ਚੱਲਦੀਆਂ, ਉੱਥੇ ਵੀ ਮਨ ਉਦਾਸ ਨਹੀਂ ਹੁੰਦਾ, ਉੱਥੇ ਵੀ ਮਨ ਉਦਾਸ ਨਹੀਂ ਆ ਕਿ ਸਾਹਮਣੇ ਚਿਖਾ ਭਾਈ ਇੱਕ ਦਿਨ ਅਹਿਸਾਸ ਕਰ, ਇਹ ਚਿਖਾ ਇੱਕ ਦਿਨ ਸਾਡੀ ਚਿਣੀ ਜਾਏਗੀ। ਕਹਿਤ ਕਬੀਰ ਸੁਨੋ ਮਨ ਮੇਰੇ ਇਹੀ ਹਵਾਲ ਹੋਏਗੇ ਤੇਰੇ, ਇਹ ਹਾਲ ਸਾਡਾ ਵੀ ਹੋਣਾ। ਇਹ ਗਿਆਨ ਤੈਨੂੰ ਉੱਥੋਂ ਮਿਲ ਸਕਦਾ ਜੇ ਤੂੰ ਲੈਣਾ। ਸਤਿਗੁਰੂ ਤਾਂ ਸਾਨੂੰ ਬੜਾ ਸਮਝਾ ਰਹੇ ਆ, ਪਰਮਾਤਮਾ ਕੋਲੇ ਸਾਰਾ ਹੀ ਗਿਆਨ ਹੈ, ਉਸ ਗਿਆਨ ਤੱਕ ਜੇ ਪਹੁੰਚਣਾ ਗੁਰੂ ਸਾਹਿਬ ਸਾਨੂੰ ਪਹੁੰਚਾਉਣ ਦਾ ਯਤਨ ਕਰ ਰਹੇ ਆ। ਮਹਾਰਾਜ ਕਹਿੰਦੇ ਪਰ ਇਹ ਗਿਆਨ ਜੇ ਤੂੰ ਲੈਣਾ ਚਾਹਵੇਂ, ਕਬੀਰ ਡੂਬੋਗੇ ਰੇ ਵਾਪਰੇ ਬਹੁ ਲੋਗਨ ਕੀ, ਕਾਨ ਪਾਰੋਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਨ। ਜੇ ਉਹ ਗਿਆਨ ਤੱਕ ਜਾਣਾ ਚਾਹੁੰਦਾ ਫਿਰ ਇਹ ਸਮਝ ਜਿਹੜਾ ਕੁਝ ਗੁਆਂਢੀ ਦੇ ਹੋਇਆ ਸਾਡੇ ਨਾਲ ਵੀ ਹੋਏਗਾ। ਜੇ ਇਹ ਆਲੇ ਦੁਆਲੇ ਸਾਡੇ ਲੋਕ ਜਾ ਰਹੇ ਆ, ਇੱਕ ਦਿਨ ਅਸੀਂ ਵੀ ਇਸ ਦੁਨੀਆ ਤੋਂ ਜਾਣਾ। ਇਹ ਗੱਲਾਂ ਵੀ ਕਈ ਵਾਰ ਮਹਾਤਮਾ ਬੁੱਧ ਇੱਕ ਸਾਹਮਣੇ ਅਰਥੀ ਨੂੰ ਵੇਖ ਕੇ ਤਾਂ ਮਹਾਤਮਾ ਬਣੇ ਸੀ ਨਾ। ਇੱਕ ਬਜ਼ੁਰਗ ਕੁੰਭ ਪਾ ਕੇ ਤੁਰ ਰਿਹਾ, ਉਹਨੂੰ ਵੇਖ ਕੇ ਮਹਾਤਮਾ ਕਹਿੰਦੇ ਵੀ ਇਹ ਦਿਨ ਮੇਰੇ ਤੇ ਵੀ ਉਹ ਕਹਿੰਦਾ ਰਥਵਾਨ ਕਹਿੰਦਾ ਜੀ ਆਏਗਾ, ਤੁਸੀਂ ਬੁੱਢੇ ਵੀ ਹੋਣਾ, ਏਦਾਂ ਵੀ ਤੁਰਨਾ ਪੈਣਾ ਤੇ ਆ ਅਰਥੀ ਉੱਠੀ ਜਾ ਰਹੀ ਆ, ਤੁਹਾਡੀ ਅਰਥੀ ਵੀ ਉੱਠੇਗੀ। ਫਿਰ ਉਹ ਕਹਿੰਦਾ ਰੱਥ ਪਿੱਛੇ ਮੋੜ, ਜਿਹੜਾ ਅਰਥੀਆਂ ਚੁਕਾਉਂਦਾ, ਜਿਹੜਾ ਭੇਜਦਾ ਤੇ ਬੁਲਾਉਂਦਾ, ਆਪਾਂ ਹੁਣ ਉਹਨੂੰ ਮਿਲਣਾ। ਜਾਣ ਤੋਂ ਪਹਿਲਾਂ ਉਹਦੇ ਨਾਲ ਸਾਂਝ ਪਾ ਲਈਏ। ਉਹਦਾ ਸੰਸਾਰ ਦਾ ਗਿਆਨ ਤਾਂ ਬਹੁਤ ਹੈ, ਹੁਣ ਉਹ ਗਿਆਨ ਹਾਸਲ ਕਰ ਲਈਏ ਜਿਹੜਾ ਗਿਆਨ ਉਸ ਘਰ ਵਿੱਚ ਪ੍ਰਵਾਨ ਹੈ। ਪਰ ਕਬੀਰ ਸਾਹਿਬ ਕਹਿੰਦੇ ਆ, ਕਬੀਰ ਜਿਹਨੂੰ ਕਿਛ ਜਾਣਿਆ ਨਹੀਂ, ਜਿਨ੍ਹਾਂ ਨੂੰ ਤਾਂ ਸਮਝ ਆ ਗਈ, ਕਬੀਰ ਸਾਹਿਬ ਕਹਿੰਦੇ ਮੈਂ ਉਦਾਸ ਹੋ ਗਿਆ। ਉਦਾਸ ਸੰਸਾਰ ਵੱਲੋਂ ਹੋਇਆ, ਪਰਮਾਤਮਾ ਨਾਲ ਸਾਂਝ ਪੈ ਗਈ। ਉਹਨਾਂ ਨੇ ਤਾਂ ਇਹ ਵੀ ਕਿਹਾ ਮੈਂ ਬੈਠਾ ਮੌਤ ਉਡੀਕ ਰਿਹਾ ਸੀ, ਹੁਣ ਉਮਰ ਬਹੁਤ ਹੋ ਗਈ, ਚਲੋ ਅੱਜ ਵੀ ਸੱਦਾ ਆਇਆ ਤੇ ਕੱਲ ਵੀ ਆਇਆ, ਬਿੰਦ ਝੱਟ ਨੂੰ ਕਿੱਡੇ। ਮੈਂ ਕਹਿੰਦਾ ਉਹ ਅਵਸਥਾ ਨੂੰ ਵੇਖੋ ਜਿਹੜੇ ਬੈਠੇ ਮੌਤ ਉਡੀਕ ਰਹੇ ਹੋਣ, ਜਿਹੜੇ, ਕਿਉਂਕਿ ਦੁਨੀਆ ਤੋਂ ਜਾਣ ਨੂੰ ਕਿਹਦਾ ਜੀ ਕਰਦਾ। ਉਮਰ ਬੇਸ਼ੱਕ ਜਿੰਨੀ ਮਰਜ਼ੀ ਹੋ ਜਾਏ, ਯਤਨ ਤਾਂ ਉੱਥੇ ਵੀ ਬਚਾਉਣ ਦੇ ਕੀਤੇ ਜਾਂਦੇ ਆ ਨਾ, ਬਚਾਉਣ ਦੇ ਯਤਨ ਚਾਹੇ ਜਿੰਨੀ ਮਰਜ਼ੀ ਉਮਰ ਹੋਈ ਹੋਵੇ ਜਾਣ ਵਾਲੇ ਦੀ। ਪਰ ਉਹਦੇ ਲਈ ਆਪਾਂ ਡਾਕਟਰਾਂ ਨੂੰ ਕਹੀ ਦਿੰਦੇ ਆ ਜੀ ਜਿਵੇਂ ਮਰਜ਼ੀ ਮਹਿੰਗਾ ਸਸਤਾ ਇਲਾਜ ਕਰੋ, ਬੰਦਾ ਬਚਣਾ ਚਾਹੀਦਾ। ਪਰ ਕਬੀਰ ਸਾਹਿਬ ਕਹਿੰਦੇ ਮੈਂ ਮੌਤ ਉਡੀਕ ਰਿਹਾ। ਕਬੀਰ ਮੋਹੇ ਮਰਨੇ ਕਾ ਚਾਉ ਹੈ, ਮੌਤ ਆਵੇ। ਪਰ ਹੋਇਆ ਕੀ, ਪਰਮਾਤਮਾ ਨੇ ਏਡਾ ਤਰਸ ਕੀਤਾ, ਮੌਤ ਤੋਂ ਪਹਿਲਾਂ ਆਪ ਆ ਗਿਆ। ਮੈਨੂੰ ਇਹ ਸੀ ਮੌਤ ਆਵੇ ਲਾੜਾ ਬਣ ਕੇ ਮੇਰੀ ਜਿੰਦ ਨੂੰ ਵਿਆਹ ਕੇ ਲਿਜਾਵੇ, ਪਰ ਪਰਮਾਤਮਾ ਲਾੜਾ ਬਣ ਕੇ ਆਇਆ, ਮੇਰੀ ਆਤਮਾ ਨੂੰ ਵਿਆਹ ਕੇ ਆਪਣੇ ਘਰ ਲੈ ਗਿਆ। ਕਹਾ ਕਬੀਰ ਮੋਹੇ ਵਿਆਹੇ ਚੱਲੇ ਹੈ, ਪੁਰਖ ਏਕ ਭਗਵਾਨਾ। ਪਰਮਾਤਮਾ ਆਇਆ, ਮੇਰੀ ਆਤਮਾ ਵਿਆਹ ਕੇ ਆਪਣੇ ਦੇਸ਼ ਲੈ ਗਿਆ। ਜਦੋਂ ਮੇਰੀ ਆਤਮਾ ਦਾ ਪਰਮਾਤਮਾ ਨਾਲ ਵਿਆਹ ਹੋ ਗਿਆ, ਉਹਨੇ ਮੈਨੂੰ ਵਰ ਲਿਆ, ਉਹਦੇ ਦੇਸ਼ ਉਹਦੇ ਘਰ ਦਾ ਮੈਂ ਮਾਲਕ ਬਣ ਗਿਆ, ਮੇਰੀ ਆਤਮਾ ਮਾਲਕ ਬਣ ਗਈ। ਫਿਰ ਮੈਂ ਆਪ ਹੀ ਕਹਿ ਦਿੱਤਾ ਕਬੀਰ ਮੋਹੇ ਮਰਨੇ ਕਾ ਚਾਉ। ਹੁਣ ਮੈਨੂੰ ਮਰਨ ਤੋਂ ਡਰ ਨਹੀਂ ਲੱਗਦਾ, ਹੁਣ ਤਾਂ ਮੈਨੂੰ ਚਾਹ ਹੈ। ਹੁਣ ਮੈਂ ਰਹਿ ਕੇ ਕੀ ਕਰਨਾ ਜਦੋਂ ਮੰਜ਼ਿਲ ਹੀ ਮਿਲ ਗਈ, ਜਦੋਂ ਬੂੰਦ ਸਾਗਰੀ ਹੋ ਗਈ, ਹੁਣ ਪਿੱਛੇ ਰਹਿਣ ਦਾ ਤਾਂ ਕੋਈ ਤੁਕ ਨਹੀਂ ਨਾ, ਕੋਈ ਹੱਜ ਨਹੀਂ ਰਹਿ ਗਿਆ। ਤਾਂ ਮਹਾਰਾਜ ਕਹਿੰਦੇ ਆ ਕਿ ਵੀ ਜਿਹਨੂੰ ਕਿਛੂ ਜਾਣਿਆ ਨਹੀਂ, ਤਿੰਨ ਸੁਖ ਨੀਂਦ ਬਿਹਾਏ, ਜਿਨ੍ਹਾਂ ਦੇ ਅੰਦਰ ਮਨ ਸੁੱਤਾ ਹੀ ਪਿਆ, ਜਿਨ੍ਹਾਂ ਨੂੰ ਪਤਾ ਹੀ ਨਹੀਂ ਮੈਂ ਇਨਸਾਨ ਆ, ਇਨਸਾਨ ਦਾ ਫਰਜ਼ ਕੀ ਹੈ, ਮੈਂ ਬੰਦੇ ਦਾ ਫਰਜ਼ ਕੀ ਹੈ, ਮੈਨੂੰ ਮਨੁੱਖਾ ਜਨਮ ਦਿੱਤਾ, ਮੇਰਾ ਫਰਜ਼ ਕੀ ਬਣਦਾ, ਉਹ ਤਾਂ ਸੁੱਖ ਦੀ ਨੀਂਦ, ਕੋਈ ਪਤਾ ਨਹੀਂ ਸੰਸਾਰ 'ਚ ਕੀ ਹੋ ਰਿਹਾ, ਸੁੱਤੇ ਪਿਆ। ਉਹਦਾ ਜੇ ਘਰੇ ਟੀਵੀ ਤੇ ਕਥਾ ਵੀ ਚਲਾ ਲਈ, ਉਹ ਕਹਿੰਦੇ ਆਵਾਜ਼ ਘੱਟ ਕਰ, ਨੀਂਦ ਖਰਾਬ ਹੋ ਰਹੀ। ਜੇ ਬਜ਼ੁਰਗ ਕਿਸੇ ਨੇ ਘਰ ਵਿੱਚ ਕਹਿਦਾ ਮੈਨੂੰ ਕੀਰਤਨ ਲਾ ਦਿਓ ਹਰਿਮੰਦਰ ਸਾਹਿਬ ਤੋਂ ਸਵੇਰ ਦਾ, ਕਥਾ ਲਾ ਦਿਓ, ਹੁਕਮਨਾਮਾ ਸਾਹਿਬ ਸੁਣਨਾ, ਮੈਂ ਕਥਾ ਸੁਣਨੀ ਆ, ਉਹ ਕਹਿੰਦੇ ਆਵਾਜ਼ ਘੱਟ ਕਰ, ਤੈਨੂੰ ਸੁਖ ਨੀਂਦ ਵਿਹਾਏ। ਜਿਹਨੂੰ ਪਿੱਛੋਂ ਜਾਣਿਆ, ਜਿਹਨੂੰ ਪਤਾ ਨਹੀਂ ਮੈਂ ਕਿਹੜਾ ਗਿਆਨ ਹਾਸਲ ਕਰਨਾ, ਕਾਮ ਬਿਰਤੀ ਪਰਬਲ ਹੈ, ਹੰਸੋ ਬਣਨਾ ਨਹੀਂ ਚਾਹੁੰਦੇ, ਉਹਨਾਂ ਨੂੰ ਕਥਾ ਕੀਰਤਨ ਵੀ ਚੰਗਾ ਨਹੀਂ ਲੱਗਦਾ। ਉਹਨਾਂ ਨੂੰ ਕਥਾ ਕੀਰਤਨ ਵੀ ਚੰਗਾ। ਜੇ ਅੱਜ ਵੀ ਕਿਤੇ
घरां च इहो जी गल सुनने नूं मिले तो समझ लेना भी किहड़ी बिरती ज़्यादा प्रबल है। पर उत्थे निराश नहीं होना, उदास नहीं होना, गुरु साहब अगे अरदास करनी है कि पातशाह जिवें सानू अपने चरनां नाल जोड़िया साडे बच्चों नूं भी जोड़ो। जिवें सानू बाणी चंगी लग रही है, कीर्तन कथा चंगा लग रहा, साडे बच्चों नूं भी चंगा लगे। ये तो कृपा करो, इहनूं जोड़ो। अज ये कह रहा आवाज घट करो, ये तो सानू आप कवे आवाज उच्ची करो तो मेरे कन्नां विच भी पवे, मेरे कन्नां विच रब्बी बोल पैण। इहो जी बिरती इहदी बना दिओ। सतगुरु दे दर काहदी घाट है। तुसीं अरदास मापे जिहो जे मर्जी होण, परमात्मा ने एक वादा कीता, मां बाप च जिन्ने मर्जी औगण होण, जदों वो अपनी औलाद लई परमात्मा कहंदा मेरे तो कुछ मंगदे आ, मेरे अगे अरदास करदे आ, मैं वो मापियां दी अरदास सुणदा, मैं वो अरदास व्यर्थ नहीं जाण दिंदा। वो आप जिहो जे मर्जी होण, जदों मेरे कोलों अपनी औलाद लई कुछ मंगदे आ, फिर मैं पिछे नहीं हटदा, मैं दे दिंदा। ये परमात्मा ने कहा। जिन्हां नूं इस गल दा इल्म आ, उन्हां सूफी फकीरां ने ये बचन कहे। कबीर जिन्हों किछु जानिया नहीं, तिन सुख नींद विहाए, हमू जो बूझो बूझो बूझा बूझना पूरी परी बुलाए। कहन लगे भाई गुरु ने मैं ये गल समझ लई है, जे अनपौत है भै नहीं, ये मैनू अनुभव हो गया, परमात्मा नाल सांझ पै गई। जहां जह पहुत है हर नाहे, जिथे डर गए उथे परमात्मा नहीं, जिथे परमात्मा है उथे कोई डर नहीं रहिंदा। मैनू एक गल किसी वेले भी विसरदी नहीं, इसलिए मैनू मौत तो भी डर नहीं लगता। पर जिन्हां नूं इस गल दा पता ही नहीं कि असीं कौन हाँ, कित्थों आया, की करन आया ते असीं एक दिन इस दुनिया तो चले जाना। कबीर साहब कहंदे ओ तां भाई सुत्तियां सारा जीवन व्यर्थ गवा जाते आ। तन करके भी वो 12 14 14 15 15 घंटे सुते रहते आ, ते मन तो जागदा ही नहीं ना। मन जागे तां इहनूं बाणी भी चंगी लगे, मन जागे तां इहनूं ब्रह्म ज्ञान का पता लगे, मन जागे तां इहनूं ओ परम ज्ञान का पता लगे जिहड़ा ज्ञान परमात्मा कोल है, जिस ज्ञान का मालिक परमात्मा गुरु आप है। गुरु गोबिंद सिंह महाराज ने कहा, आओ नाल नाल बचन भी लैके चलीए कि सर्वं कलीमै। परमात्मा भाई कलीमा का अर्थ होंदा कलाम करने वाला, सोहना बोलने वाला। वाहिगुरु सारियां नूं कलाम करदा, सारियां विच बैठ के बड़े सोहने सोहने बोल रहा। जे तुहानूं किसी नूं लगदा ना भी बड़ी मिठी बोली है, बड़े प्यारे बोल आ, बड़े शरधावादक बोल ने, बड़े अध्यात्मकवादी बोल ने, बड़े परमार्थवादी बोल ने, बड़े प्रेम वाले बोल ने, तो समझ लो रब इहदे अंदर बैठ के बोल रहा। रब उन्हां अंदर भी बैठा जिहड़े माड़े बोल बोलदे आ, पर उन्हां दा मन सुता होया, मन सुता होया, वो जगाउण की कोशिश नहीं करते। परमात्मा तो अंदर ही है, एक ने अंदरों वेख लिया, एक नूं कोल अंदर भी नजर नहीं आ रहा। माने कहंदे कि साहिब कलाम है परमात्मा के सर्वं कलीम है, जिहड़ा परमात्मा सारियां विच भाई उहदी सत्या काम कर रही है, सारियां विच बैठ के परमात्मा आप ही बोल रहा है। ते महाराज दे बचना हर आप वरतै, आप हर आप बुलाएंदा। परमात्मा आप ही सारे पासे वरत रहा, सारियां विच बैठा, आप ही वो बोल रहा है, आप ही सुन रहा, आप ही देख रहा, आप ही काम कर रहा, आपे आप ही हो के वो वरत रहा है। कि परमं फहीमै, परमं का अर्थ होंदा है वड्डी उच्ची, फहीमै का अर्थ है समझ वाला, विद्वान, ज्ञानवान, सोझी वाला। एडा परम ज्ञान है उहदे कोल जिहदा कोई पारावार नहीं है। इन्ने वड्डे ज्ञान का मालिक है परमात्मा। जे असीं वो ज्ञान हासिल करना चाहुंदे आ, वो ज्ञान तक सानू धन गुरु ग्रंथ साहब लैके जाणगे। वो ज्ञान सानू गुरु ग्रंथ साहब महाराज दे राही मिल सकता है। जिस ज्ञान की गल बाणी विच जिन्हों ब्रह्म ज्ञान कहा जाता है, परमात्मा के घर का ज्ञान, जिन्हों हंस बिरती चंगे गुणां नाल तरजीह दिती, ये सब कुछ गुरु की कृपा नाल महाराज कहंदे मिलना है। वाहिगुरु तो उच्ची समझ वाला है, ओहदी समझ ज्ञान कितना वड्डा है, तां ही सारे संसार नूं चला रहा, अपने ज्ञान ध्यान दे नाल चला रहा। संसार विच भी जिहड़ा ज्ञान है यह भी उसे ने दिता होया कि आकल अलाम है। मारे कहते आकल का अर्थ हुंदा अकल वाला। परमात्मा की अकल की भी कोई सीमा नहीं, इन्ना अकल वाला है, इन्ना सोझी वाला, इन्ना ज्ञान वाला, इन्ना महान है, किसी गल का कोई तोड़ नहीं है, किसी गल की कोई सीमा नहीं है। सारे पासे बेअंत 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 ही नजर आएगा। तां ही तो गुरु नानक साहब ने कह दिता, एहो अंत ना जाने कोई। उहदा अंत ही यह है कि उहदे अंत नूं कोई जान ही नहीं सकता। इन्ना विशाल है, उहदी अकल का भी कोई हद बन्ना नहीं है, बेअंत अकल। ते महाराज कहंदे इत्थे जिहड़ी संसार च अकल वरत रही है, यह भी उस रब की दिती हुई है।
किसी इंसान का दिमाग बहुत एक्टिवेट हो गया, बहुत सियाणियां गल्लां करदा, पर वो सारू सोच वालियां हो, अकल ज्ञानवान हो, किसी विषय ते ही हो, ये अकल भी उस परमात्मा दी है। अलामा का अर्थ होंदा इलम वाला, विद्वान। परमात्मा इन्ना विद्वान, इन्ना इलम, इन्ना ज्ञान, सारे ब्रह्मांड का ज्ञान, सारे जीवां का ज्ञान, पत्थरां च बैठे कीड़ियां का ज्ञान है। महाराज कहते सगल की चिंता जिस मन में चित्त है अंदर सबको, सारे ओदे चेते विच वस रहे आ। एडा परम ज्ञानी है परमात्मा, एडी समझ वाला, एडा इलम है। वाहिगुरु तो अकल ते इलम दा धनी है। गुरु गोबिंद सिंह महाराज कहते खजाना है तेरे कोले अकल दा, तेरे कोले खजाना है विद्वता दा, तेरे कोले खजाना है ब्रह्म ज्ञान दा, किसी गल दा कोई टोटा नहीं है। बड़ी तीखण बुद्धि है। तीखण बुद्धि तो इन्नी है, जब इंसान इतों जाता ना, मारे कहते उत्थे सचो ही सच निबड़ा, चुन वख कड्डे जजमालिया। परमहंस, एक हंस, एक परमहंस का जिक्र भी होगा। परमहंस विच ओदी चुंझ दे विच परमात्मा ने एक इदां दी विलखणता, एक चीज टकाई है, जो वो दुध विच पाउंदा है, पानी अलग हो जाता, दुध अलग हो जाता, पर उन्होंने परमात्मा ने बनाया। यह कला हंस को परमात्मा की दी है। हुण परमात्मा किड्डी तीखण बुद्धि का मालिक, किड्डे ज्ञान का मुजस्मा, चुन वख कड्डे जजमालिया, चंगे गुण वालियां नूं अड्ड कढ दिंदा है। इन्नी भीड़ दे विचों इन्नियां लखां करोड़ां जोतां हर रोज उत्थे पहुंच रहीआं ने, संसार तो जिहड़े जा रहे आ, उहदे विचों जिहड़े औगणा वाले ने उन्हां नूं चुन के अलग कढ दिंदा है। किन्ना गहरा ज्ञान होएगा, ये तीखण बुद्धि कर सकदी है ना। चंगे माड़े का निर्णय असीं तां फटाफट किसी को कह दें ये तो बहुत चंगे दे वर्गा कोई नहीं, तो महीने बाद किन्ने दे वर्गा माड़ा कोई नहीं। बधाइयां भी छेती दई दी, उलामा भी छेती दई दा, ये संसार की बिरती है। अर्श ते चढ़ाउण लग्या भी मिंट लाईदा, फर्श ते लाउण लग्या भी मिंट लाईदा, लेकिन परमात्मा की बड़ी तीखण बुद्धि है। एवें वो किसी दीयां गल्लां विच आके बाहरों बाहरों वेख के किसी दे पिछे नहीं लगदा, वावा वावा नहीं दिंदा, ते एवें किसी दीयां गल्लां च आके किसी नूं थल्ले भी नहीं लाउंदा। वो पूरा देख परख के सारा कुछ करता है। महाराज कहते परमात्मा भाई, क्योंकि जेड़े औगणा वाले विकारां नाल भरे उन्होंने कोड़ी किया महाराज ने, औगणा वालियां नूं कोड़ी। बसंत स्वर्ग लोक है, जित दे पृथ्वी नव खंडन है। तो महाराज कहते बसंत हर गोपालै, नानक ते प्राणी उद्यान भरमणै, कहो तो कोड़ तमासिया, चितना आप सुनाओ, नानक कोड़ी नरक बराबरे उजड़, सोई थाओ वो तो भाई जिन्हों को रब की याद नहीं, जिउंदे जीवी नरकों में भुगत रहे आ, वो कोड़ियां वर्गा जीवन जिउ रहे आ। उन्होंने घर वसेबे भी एक शमशान घाट तो वध कुछ नहीं, ते जिहड़े औगणा नाल भरे गए वो कोड़ियां दे जीवन च आ जाते, कोड़ियां वर्गा जीवन है उन्हों का। पर परमात्मा को जदों गए, उत्थे सचो ही सच निबड़े, चुन वख कढ़े जजमालिया, थाओ ना पायन कूड़ियार, मुंह काले दोजक चालिया। उन्हां कूड़ियारां लोकां नूं दोजक नरकां विच भी थां नहीं मिलदी, जिन्हां दे अंदर कां बिरती ज्यादा प्रबल हो गई, जिन्हां ने जीवन च औगण ही औगण इकट्ठे कीते। महाराज कहंदे थाओ ना पायन कूड़ियार। संसार विच की थां 18 नरक शस्त्रां ने मन्निया, 18 नरकों में ही थां नहीं मिलती। कुंभी नरक सब तो गहरा जिहड़ा भयानक नरक है, उत्थे भी थां नहीं मिलती। तो महाराज कहते ने भाई, थाओ ना पायन कूड़ियार, मुंह काले दोजक चालिया, तेरे नाए रते से जिन गए, हार गए से ठगण वालिया। हे प्रभु, जो मनुख तेरे नाम विच रंगे हुए हैं, वो इथों बाजी जित के जाते हैं। ठगी मारन वाले बंदे जिहड़े मनुखा जन्म की बाजी हार के तुर जाते हैं। लिख नावै धर्म बहालिया, ये परमात्मा के घर का दस्तूर है। चंगे माड़े कर्म वालियां नूं वो अपनी समझ नाल, अकल नाल, तीखण बुद्धि नाल अलग अलग कर लैंदा है। कर्मी कर्मी होए विचार, सच्चा आप सच्चा दरबार। ताई महाराज ने कहा कर्मी आपो अपनी के नेड़े के दूर, ਉਹਦੇ ਕੋਲ ਇਹ ਸਮਝ तीखण बुद्धि है। ताई है ना चंगे कर्म वालियां नूं नेड़े लाउंदा, माड़े कर्म वाले दूर खड़े रह जाते हैं। जे ਉਹਦੇ ਕੋਲ ਇਹ ज्ञान ना होवे, इदां दी तराशण वाली ਉਹਦੇ ਕੋਲ समझ ना होवे, ते फिर चंगे माड़े दा निर्णय किवें करियो। पर यह परमात्मा ये सारियां के आकल अलाम है। महाराज कहंदे परमात्मा भाई जिहड़ा है वो बहुत बेअंत समझ वाला है। धर्मी बनने लई कर्म करन लगिया बहुत ख्याल रखना पएगा, माड़े काम छड्डने पैणे, चंगे करने पैणे, क्योंकि कर्मां दे आधार ते ये संसार असीं जिहड़ा साडा आउण जाण है, ये दो गल्लां करके, एक तां कर्मां दे आधार ते है, दूजा मरन लगिया जिस वासना च बिरती रह गई।
ਸੁਰਤ ਵਿੱਚ ਜਿਹੜੀ ਵਾਸ਼ਨਾ ਕੁਛ ਵੀ ਰਹਿ ਗਿਆ ਨਾ, ਉਹਦੇ ਆਧਾਰ ਤੇ ਜਨਮ ਮਿਲਣਾ ਹੀ ਮਿਲਣਾ ਹੈ। ਤੇ ਮਹਾਰਾਜ ਕਹਿੰਦੇ ਤਾਂ ਹੀ ਕਿਹਾ ਅੰਤ ਕਾਲ ਜੋ ਨਾਰਾਇਣ ਸ, ਅੰਤ ਵੇਲੇ ਤੇਰੇ ਕੋਲ ਜੇ ਰੱਬ ਦੀ ਯਾਦ ਹੋਵੇ ਤੇਰਾ ਮਰਨਾ ਵੀ ਸਫਲ ਹੋ ਜਾਏਗਾ। ਜੇਕਰ ਸਾਹਿਬ ਮਨੋ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ, ਤੇਰਾ ਮਰਨਾ ਵੀ ਸਫਲ ਭਾਈ ਜੇ ਕੰਠ ਵਿੱਚ ਰੱਬ ਦਾ ਨਾਮ ਹੋਵੇ। ਪ੍ਰਮਾਤਮਾ ਬੜਾ ਪਰਮ ਸੋਝੀਵਾਨ ਹੈ ਕਿ ਸਾਹਿਬ ਕਲਾਮੈ ਬਾਣੀ ਦਾ ਮਾਲਕ ਕਲਾਮੈ। ਜਿੰਨੀਆਂ ਬਾਣੀਆਂ ਨੇ ਸੰਸਾਰ ਵਿੱਚ, ਕੇਤੀਆਂ ਖਾਣੀ ਕੇਤੀਆਂ ਬਾਣੀ, ਕੇਤੇ ਬਾਤ ਨਰਿੰਦੇ, ਤੇ ਖਾਣੀਆਂ ਵੀ ਬਹੁਤ ਨੇ, ਬਾਣੀਆਂ ਵੀ ਬਹੁਤ ਨੇ। ਜਿਹੜੀ ਧੰਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਰਸਨਾ ਤੋਂ ਬੋਲ ਆਏ, ਉਹਨਾਂ ਨੂੰ ਅਸੀਂ ਗੁਰਬਾਣੀ ਕਹਿੰਦੇ ਆ, ਕਿ ਗੁਰੂ ਦੇ ਮੁਖ ਤੋਂ ਆਈ ਹੋਈ ਬਾਣੀ। ਬਾਣੀ ਸਾਡੇ ਸਾਰਿਆਂ ਕੋਲ ਹੈ। ਜਿਹੜੇ ਆ ਤੁਸੀਂ ਬੋਲ ਆਪਾਂ ਸਾਰੇ ਬੋਲ ਰਹੇ ਆ, ਇਹ ਬਾਣੀ ਤਾਂ ਹੈ, ਲੇਕਿਨ ਜਿਹੜੇ ਗੁਰੂ ਨਾਨਕ ਸਾਹਿਬ ਦੀ ਰਸਨਾ ਤੋਂ ਨਿਕਲੇ ਉਹ ਗੁਰਬਾਣੀ ਬਣ ਗਏ। ਉਹ ਬੋਲ ਗੁਰਬਾਣੀ, ਗੁਰੂ ਦੇ ਕਹੇ ਹੋਏ ਬੋਲ, ਉਹ ਧੁਰ ਕੇ ਬੋਲ, ਉਹ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇਲਾ ਲੋ, ਉਹ ਰੱਬ ਦੇ ਘਰ ਦੇ ਬੋਲ ਆ ਭਾਈ। ਮਹਾਰਾਜ ਕਹਿੰਦੇ ਆ ਉਹਦੇ ਬਚਨ ਵਿੱਚ ਬਹੁਤ ਤਾਕਤ ਹੈ, ਜੋ ਹੁਕਮ ਕਰਦਾ ਸਭ ਨੂੰ ਮੰਨਣਾ ਪੈਂਦਾ, ਕਿਉਂਕਿ ਸਾਰੀਆਂ ਬਾਣੀਆਂ ਦਾ ਮਾਲਕ ਉਹ ਹੈ। ਤਾਂ ਹੀ ਤਾਂ ਸਾਨੂੰ ਕਥਾ ਵੇਲੇ ਵੀ ਕਹਿਣਾ ਪੈਂਦਾ, ਜਿਉਂ ਬੁਲਾਏ ਤਿਉਂ ਬੋਲੀਐ, ਜਾਂ ਆਪ ਬੁਲਾਏ ਸੋਏ, ਗੁਰਮੁਖ ਬਾਣੀ ਬ੍ਰਹਮ ਹੈ, ਸ਼ਬਦ ਮਿਲਾਵਾ ਹੋਏ। ਪ੍ਰਮਾਤਮਾ ਜਿਵੇਂ ਤੂੰ ਬੁਲਾਏਗਾ ਸੀ ਤਾਂ ਉਵੇਂ ਬੋਲਣਾ, ਕਿਉਂਕਿ ਪਿੱਛੇ ਸੱਤਾ ਤੇਰੀ ਕੰਮ ਕਰ ਰਹੀ ਹੈ। ਜਿਉਂ ਬੁਲਾਵੋ ਤਿਉਂ ਬੋਲਾ ਸੁਆਮੀ, ਕੁਦਰਤ ਕਮਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਅਗੰਮ ਅਗੋਚਰ ਸੱਚ ਸਾਹਿਬ ਮੇਰਾ, ਨਾਨਕ ਬੋਲੇ ਬੁਲਾਇਆ ਤੇਰਾ। ਇਹ ਸਭ ਉਹੀ ਬੁਲਾ ਰਿਹਾ, ਤਾਂ ਬੋਲ ਰਿਹਾ ਕਿਉਂਕਿ ਸਾਰੀਆਂ ਬਾਣੀਆਂ ਦਾ ਮਾਲਕ ਹੈ। ਸਾਹਿਬ ਕਲਾਮ ਹੈ, ਸਾਰੀਆਂ ਬਾਣੀਆਂ ਦਾ ਉਹ ਮਾਲਕ ਹੈ ਭਾਈ। ਜਿੰਨੀਆਂ ਸੰਸਾਰ ਵਿੱਚ ਬਾਣੀਆਂ ਸਾਰੀਆਂ ਉਸੇ ਨੇ ਬਣਾਈਆਂ। ਪਰ ਮੈਂ ਵੀ ਬੇਨਤੀ ਕਰਦਿਆਂ, ਰੱਬ ਦੀ ਬੋਲੀ ਜਿਹੜੀ ਆ ਉਹ ਪ੍ਰੇਮ ਦੀ ਆ। ਭਾਖਿਆ ਪਾਓ ਉਪਾਲ, ਉਹਦੇ ਨਾਲ ਗੱਲ ਕਰਨੀ ਆ, ਤੁਹਾਨੂੰ ਉਹ ਪ੍ਰੇਮ ਦੀ ਬੋਲੀ ਸਿੱਖਣੀ ਪਏਗੀ। ਇਹ ਨਾ ਸੋਚਣਾ ਵੀ ਰੱਬ ਕਿਸੇ ਨਾਲ ਗੱਲ ਹੀ ਨਹੀਂ ਕਰਦਾ, ਕਰਦਾ। ਭਗਤ ਨਾਮਦੇਵ ਸੰਗਤ ਨੇ ਮੇਰੇ ਨਾਲ ਕੀਤੀ, ਜਦੋਂ ਮੈਂ ਬੁਲਾਇਆ ਮੈਨੂੰ ਸੰਗਲਾਂ ਨਾਲ ਬੰਨ੍ਹ ਕੇ ਰਾਜਾ ਤਾਂ ਮਾਰਨ ਲੱਗਿਆ ਹੋਇਆ, ਪਰ ਉਧਰੋਂ ਪ੍ਰਮਾਤਮਾ ਆ ਗਏ। ਪ੍ਰਮਾਤਮਾ ਹੁਣ ਦੇਖੋ, ਜੇ ਬੋਲੀ ਆਉਂਦੀ ਤਾਂ ਹੀ ਰੱਬ ਨੇ ਸੁਣਿਆ, ਤਾਂ ਹੀ ਰੱਬ ਆ ਕੇ ਬੋਲ ਰਿਹਾ। ਭਗਤ ਨਾਮਦੇਵ ਨੂੰ ਸੁਣ ਰਿਹਾ, ਰੱਬ ਕਹਿ ਰਿਹਾ ਕਹੇ ਨਾ ਧਰਨੇ ਕੋਡੀ ਕਰੂੰ, कहे न लेकर ऊपर धरूं, कहे न मोई गऊ दियो जाए, नामा कहे सबको पतियाए। ये रब कह रहा, परमात्मा कह रहा भगत नामदेव, 10 धरती मुद्दी कर दिया, मैं मरी हुई गऊ नूं जवा दिया ते लोकां दी तसल्ली हो जाए। 10 की करा, जे रब बोलदा तां ही कहना। ते ओदी बोली भगत नामदेव साहब नूं सुनी तां महाराज कहंदे ने, कलगीधर पातशाह ने जदों हेमकुंड साहब तपस्या कर रहे, ਉਹ ਕਹਿੰਦੇ ਮੈਨੂੰ ਪ੍ਰਮਾਤਮਾ ਨੇ ਆਵਾਜ਼ ਮਾਰੀ, ਦੁਸ਼ਟ ਦਮਨ ਆਓ ਮੇਰੇ ਕੋਲ। ਮੈਨੂੰ ਹੇਮਕੁੰਡ ਤੋਂ ਸੱਚਖੰਡ ਬੁਲਾਇਆ। ਸੱਚਖੰਡ ਵਿੱਚ ਜਾ ਕੇ ਜਿਹੜੀਆਂ ਗੱਲਾਂ ਹੋਈਆਂ ਉਹ ਵਿਚਿੱਤਰ ਨਾਟਕ ਵਿੱਚ ਮਹਾਰਾਜ ਨੇ ਸਾਰੀਆਂ ਕੋਟ ਕੀਤੀਆਂ। ਅਬ ਮੈਂ ਆਪਣੀ ਕਥਾ ਵਿਖਾਨੂੰ। ਉਹਦੇ ਵਿੱਚ ਜੋ ਰੱਬ ਨੇ ਸਵਾਲ ਜਵਾਬ ਕੀਤੇ, ਰੱਬ ਕਹਿ ਰਿਹਾ ਮੈਂ ਆਪਣਾ ਸੁਤ ਤੋਹੇ ਨਵਾਜਾ, ਪੰਥ ਪਰ ਚੁਰ ਕਰ ਬੇਕੋ ਸਾਜਾ, ਜਾਹੇ ਤਹਾਂ ਤੇ ਧਰਮ ਚਲਾਏ, ਕੁਬੁੱਧ ਕਰਨ ਦੇ ਲੋ। ਇਹ ਰੱਬ ਨੇ ਕਿਹਾ ਕਿ ਮੈਂ ਆਪਣਾ ਪੁੱਤ ਬਣਾ ਕੇ ਭਾਈ ਤੈਨੂੰ ਦੁਨੀਆ ਤੇ ਭੇਜਦਾ, ਜਾ ਕੇ ਧਰਮ ਨੂੰ ਚਲਾ, ਦੁਸ਼ਟਾਂ ਦੀਆਂ ਜੜਾਂ ਪੱਟ। ਤੇ ਅੱਗੋਂ ਗੁਰੂ ਗੋਬਿੰਦ ਸਿੰਘ ਕਹਿੰਦੇ ਫਿਰ ਮੈਂ ਕਿਹਾ ਠਾਠ ਭਇਓ ਮੈਂ ਜੋਰ ਕਰ, ਬਚਨ ਕਾਨ ਸਿਰ ਨਿਆਏ, ਪੰਥ ਚੱਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ। ਦੇਖੋ ਰੱਬ ਗੱਲਾਂ ਤਾਂ ਕਰ ਰਿਹਾ ਨਾ, ਤਾਂ ਹੀ ਗੁਰੂ ਨਾਨਕ ਸਾਹਿਬ ਨੇ ਕਿਹਾ ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵਿੱਚ। ਜਿਵੇਂ ਰੱਬ ਮੈਨੂੰ ਆ ਕੇ ਦੱਸਦਾ ਉਵੇਂ ਮੈਂ ਬੋਲ ਪੈਂਦਾ, ਹੋ ਆਪੋਂ ਬੋਲਣਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਮੈਨੂੰ ਤਾਂ ਬੋਲਣਾ ਹੀ ਨਹੀਂ ਆਉਂਦਾ, ਪਰਮਾਤਮਾ ਨੇ ਜੋ ਕਿਹਾ ਮੈਂ ਉਹ ਕਰ ਦਿੱਤਾ, ਮੈਂ ਉਹ ਬੋਲ ਪਿਆ, ਮੈਂ ਉਹ ਦੱਸ ਦਿੱਤਾ, ਕਿਉਂਕਿ ਇਹ ਬੋਲ ਮੇਰੇ ਨਹੀਂ, ਇਹ ਬੋਲ ਪਰਮਾਤਮਾ ਦੇ ਆ। ਪਰਮਾਤਮਾ ਦਾ ਮਿੱਠ ਬੋਲੜਾ ਜੀ, ਹਰ ਸੱਜਣ ਸੁਆਮੀ ਮੋਰਾ। ਉਹ ਇੰਨਾ ਮਿੱਠਾ ਬੋਲਦਾ। ਆ ਤੁਰਕੀ ਬਾਣੀ ਦੇ ਬਚਨ ਸਾਨੂੰ ਚੰਗੇ ਹੀ ਇਸ ਕਰਕੇ ਲੱਗ ਰਹੇ ਆ, ਪਿਆਰੇ ਇਵੇਂ ਲੱਗ ਰਹੇ ਆ, ਸਾਡੇ ਮਨ ਤੱਕ ਚੋਟ ਇਸ ਕਰਕੇ ਕਰਦੇ ਆ ਕਿਉਂਕਿ ਰੱਬ ਦੇ ਬੋਲ ਨੇ। ਇਹ ਪ੍ਰਮਾਤਮਾ ਦੇ ਬੋਲੇ, ਤੁਰਕੀ ਬਾਣੀ ਹੈ, ਪ੍ਰਮਾਤਮਾ ਦੀ ਬਾਣੀ ਹੈ। ਇਹ ਰੱਬੀ ਬੋਲ, ਰੱਬੀ ਸਿਫਤਾਂ ਦੇ ਬੋਲ ਨੇ। ਇਹ ਗੁਰੂ ਨਾਨਕ ਸਾਹਿਬ ਕਹਿੰਦੇ ਮੇਰੀ ਤਾਂ ਰਸਨਾ ਵਰਤੀ ਹੈ ਰੱਬ ਨੇ, ਪਰ ਬੋਲ ਉਸੇ ਦੇ ਹੀ ਆ। ਬੋਲਿਆ ਉਹ ਆਪ ਹੀ ਹੈ, ਮੇਰੀ ਰਸਨਾ ਤੇ ਬੈਠ ਕੇ ਬੋਲਿਆ। ਰੱਬ ਜੀ ਵਸੈ ਸਾਧ ਕੀ ਰਸਨਾ, ਮੇਰੀ ਰਸਨਾ ਤੇ ਬੈਠ ਕੇ ਬੋਲਿਆ। ਤੇ ਇਸ ਲਈ ਭਾਈ ਜੇ ਇਹ ਅੱਜ ਸਾਨੂੰ ਪਤਾ ਲੱਗ ਗਿਆ ਵੀ ਗੁਰੂ ਗ੍ਰੰਥ ਸਾਹਿਬ ਦੇ ਬੋਲ ਸਾਡੀ ਨਿਤਨੇਮ ਦੀ ਬਾਣੀ ਹੈ, ਰੱਬ ਦੇ ਬੋਲ ਨੇ, ਫਿਰ ਇਸ ਬਾਣੀ ਨਾਲ ਜੁੜ ਜਾਓ। ਇਹ ਬੋਲ ਜਿੱਥੋਂ ਆਇਆ ਸਾਨੂੰ ਸਾਰਿਆਂ ਨੂੰ ਉੱਥੇ ਲੈ ਜਾਣ।
ਜੇ ਬੋਲ ਪਰਮਾਤਮਾ ਦੇ ਘਰ ਤੋਂ ਆਏ ਨੇ, ਪਰਮਾਤਮਾ ਦੇ ਬੋਲ ਨੇ, ਇਹਨਾਂ ਬੋਲਾਂ ਨਾਲ, ਇਹਨਾਂ ਸ਼ਬਦਾਂ ਨਾਲ, ਇਸ ਪਾਵਨ ਬਾਣੀ ਨਾਲ ਸਾਂਝ ਬਣਾ ਲਈਏ ਤਾਂ ਕਿ ਸਾਡੀ ਤੁਹਾਡੀ ਪਰਮਾਤਮਾ ਨਾਲ ਸਾਂਝ ਬਣ ਜਾਏ। ਇੰਨੀਆਂ ਬੇਨਤੀਆਂ ਪ੍ਰਵਾਨ, ਤਮਾਮ ਭੁੱਲਾਂ ਚੁੱਕਾਂ ਦੀ ਖਿਮਾ ਦੇਹੋ ਸੱਜਣ ਅਸੀਸੜੀਆਂ ਜੋ ਹੋਵੇ। ਸਾਹਿਬ ਸਿਓ ਮੇਲ, ਸਾਰੀ ਸੰਗਤ ਆਨੰਦ ਸਾਹਿਬ ਦੀ ਬਾਣੀ ਚ ਰਸਨਾ ਪਵਿੱਤਰ ਕਰਿਓ। ਫਿਰ ਅਰਦਾਸ ਬੇਨਤੀ ਵਿੱਚ ਜੁੜਾਂਗੇ। ਆਨੰਦ ਸਾਹਿਬ ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਹਰ ਨਾਲ ਰਹੋ ਤੂੰ ਮਨ, ਮੇਰੇ ਦੁੱਖ ਸਭ ਵਿਸਾਰਣਾ। ਸਵਰਾਂ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਸਾਚੇ ਸਾਹਿਬਾ ਕਿਆ ਨਹੀਂ ਕਰਦੇ ਰਹਿ, ਸਦਾ ਸੁਧ ਸਲਾਹ ਤੇਰੀ ਨਾਮ ਮਨ ਵਸਾਵੇ। ਕਹਿ ਨਾਨਕ ਸੱਚੇ ਸਾਹਿਬ